ये बुच्चड़खाना बाई जी ਵੱਡ ਵੱਡ सिट्टी जाते पैसे ले जाते मुड़ के कोई केयर नहीं करता है इत्थे नव जम्मे बच्चे नूं जिन्हों हजे के 5-4 घंटे ही जम्मे नूं होए सी इन्नी सोल नाजक दे विच इन्हां ने थल्ले पैण लई मजबूर कर दित्ता। मैंने ने खड़ी करते 3 बारी कुड़ी उल्टी करी है टांके फाड़ के कहनी मम्मी मेरे टांके टुट गए फिर मैंने ये कहनी मेरी कोई जिम्मेदारी नहीं टांके टुटन ना टुटन कहनी साडी कोई जिम्मेदारी नहीं पैसे भर दो कहनी असं दाखिल कर लेंगे। ਅਸੀਂ ਕੈਸ਼ ਦਿੱਤਾ ਜੀ 24000 ਰੁਪਇਆ ਸਾਨੂੰ ਇਹਨਾਂ ਨੇ ਕੋਈ ਬਿੱਲ ਨਹੀਂ ਦਿੱਤਾ ਹੈਗਾ। ਐਡਮਿਟ ਹੋ ਜਾਓ ਤੁਸੀਂ ਡ੍ਰਿਪ ਵਗੈਰਾ ਲਗਾ ਕੇ ਇਲਾਜ ਕਰ ਦਾਂਗੇ ਤੇ ਕਹਿੰਦੇ ਸਾਡੇ ਬਾਬੇ ਨੇ ਕਿਹਾ ਕਿ ਇਸ ਤੋਂ ਬਾਅਦ ਉਲਟੀ ਨਹੀਂ ਆਣੀ ਮਰੀਜ਼ ਨੂੰ ਤੇ ਤੁਸੀਂ ਬਸ ਲੈ ਆਓ। ਡਾਕਟਰ ਨੂੰ ਹਮੇਸ਼ਾ ਰੱਬ ਦਾ ਦੂਸਰਾ ਰੂਪ ਕਿਹਾ ਜਾਂਦਾ ਹੈ ਪਰ ਕਦੇ ਇਹਨਾਂ ਹੀ ਡਾਕਟਰਾਂ ਦੇ ਉੱਪਰ ਰੱਬ ਦੇ ਦੂਸਰੇ ਰੂਪ ਦੇ ਉੱਪਰ ਇਹ ਇਲਜ਼ਾਮ ਲੱਗਦੇ ਕਿ ਉਸਨੇ ਇਮਾਨਦਾਰੀ ਦੇ ਨਾਲ ਆਪਣਾ ਕੰਮ ਨਹੀਂ ਕੀਤਾ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਬਠਿੰਡਾ ਦੇ 80 ਫੁੱਟ ਰੋਡ ਦੇ ਉੱਪਰ ਸਿਟੀ ਹਸਪੀਟਲ ਦਾ। ਗੱਲ ਕਰਦੇ ਹਾਂ ਪਰਿਵਾਰ ਦੇ ਨਾਲ, ਉਹਨਾਂ ਦਾ ਕੀ ਕਹਿਣਾ ਹੈ, ਉਸ ਤੋਂ ਬਾਅਦ ਗੱਲ ਕਰਾਂਗੇ ਡਾਕਟਰ ਦੇ ਨਾਲ ਕਿ ਉਸ ਦਾ ਕੀ ਕਹਿਣਾ ਹੈ, ਪਰਿਵਾਰ ਦੇ ਕੀ ਇਲਜ਼ਾਮ ਨੇ ਜੀ। ਤੁਹਾਡਾ ਪਹਿਲਾਂ ਆਰਐਮਬੀ ਟੈਲੀਵਿਜ਼ਨ 'ਤੇ ਸਵਾਗਤ ਹੈ ਜੀ। ਬਾਈ ਜੀ ਸਭ ਤੋਂ ਪਹਿਲਾਂ ਆਰਐਮਬੀ ਟੈਲੀਵਿਜ਼ਨ ਤੇ ਸਾਰੇ ਇਹਨਾਂ ਦੀ ਸਾਰੀ ਟੀਮ ਦਾ ਅਸੀਂ ਧੰਨਵਾਦ ਕਰਦੇ ਹਾਂ। ਜਿਹੜੇ ਵੀ ਸਾਡੇ ਪਹਿਲੇ ਸੱਦੇ ਤੇ ਹਨਾ ਇੱਥੇ ਸਾਡੇ ਕੋਲੇ ਪਹੁੰਚਿਆ, ਅਸੀਂ ਪੀੜਤ ਪਰਿਵਾਰ ਹਾਂ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਜੀ ਵੀ ਅਸੀਂ 27 ਤਰੀਕ ਦਿਨ ਬੁੱਧਵਾਰ ਨੂੰ ਅਸੀਂ ਸ਼ਾਮ ਦੇ 3:30 ਵਜੇ ਇੱਥੇ ਇੱਕ ਫੂਲ ਤੋਂ ਲੜਕੀ ਜਿਹਦੀ ਕਿ ਡਿਲੀਵਰੀ ਹੋਣ ਵਾਲੀ ਸੀ, ਵੱਡਾ ਆਪਰੇਸ਼ਨ ਹੋਣਾ ਸੀਗਾ, ਅਸੀਂ ਸਿਟੀ ਹਸਪਤਾਲ ਦੇ ਵਿੱਚ ਮਤਲਬ ਅਸੀਂ 3:30 ਵਜੇ ਦੇ ਕਰੀਬ ਇੱਥੇ ਲੈ ਕੇ ਆਏ ਸੀ। ਇਹਨਾਂ ਨੇ ਮਤਲਬ ਸਾਨੂੰ 4 ਵਜੇ ਅੰਦਰ ਲੈ ਕੇ ਗਏ ਆ, 4:45 ਵਜੇ 4:51 ਦੇ ਉਸ ਕੁੜੀ ਦਾ ਆਪਰੇਸ਼ਨ ਕਰਕੇ ਮਤਲਬ ਬੱਚਾ ਪੈਦਾ ਹੋ ਗਿਆ ਜੀ, ਹੈ ਨਾ, ਡਿਲੀਵਰੀ ਹੋ ਗਈ ਜੀ। ਉਸ ਤੋਂ ਬਾਅਦ 10-15 ਮਿੰਟ ਇਹਨਾਂ ਨੇ ਅੰਦਰ ਰੱਖਿਆ ਗੁੱਡੀ ਨੂੰ, ਠੀਕ ਆ ਜੀ। ਸਭ ਤੋਂ ਪਹਿਲਾਂ ਜਦੋਂ ਅਸੀਂ ਆਏ ਆ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਦੁਬਾਰਾ ਦੁਹਰਾ ਕੇ ਵੀ ਜਦੋਂ ਅਸੀਂ ਇੱਥੇ ਦਾਖਲ ਹੋਣ ਆਏ ਆ, ਮੈਡਮ ਨੇ ਸਾਨੂੰ, ਡਾਕਟਰ ਸਾਹਿਬ ਨੇ ਇਹ ਗੱਲ ਕਹਿਤੀ ਸੀ ਵੀ ਜਦੋਂ ਅਸੀਂ ਦਾਖਲ ਕਰਾਂਗੇ ਅਸੀਂ 4 ਦਿਨ ਰੱਖਾਂਗੇ ਮਰੀਜ਼ ਨੂੰ, ਠੀਕ ਹੈ ਜੀ, ਵੀ ਤੁਸੀਂ ਫੀਸ ਜਿਹੜੀ ਬਣਦੀ ਆ ਉਹ ਜਾਂ ਤਾਂ ਅੱਜ ਜਮ੍ਹਾਂ ਕਰਵਾ ਦਿਓ ਜਾਂ ਜਾਣ ਵੇਲੇ ਜਮ੍ਹਾਂ ਕਰਵਾ ਦਿਓ। ਤੁਹਾਨੂੰ ਕਿਹੜੇ ਡਾਕਟਰ ਨੇ ਕਿਹਾ ਸੀ ਨੇ, ਮੇਨ ਡਾਕਟਰ ਨੇ ਜਾਂ ਕਿਸੇ ਹੋਰ ਨੇ ਕਿਹਾ ਸੀ? ਜਿਹੜੀ ਮਤਲਬ ਇੱਥੇ ਮੇਨ ਡਾਕਟਰ ਸਾਹਿਬਾਂ ਹੈਗੀ ਆ ਜੀ, ਮੈਂ ਉਹਦਾ ਮਤਲਬ ਨਾਮ ਨਹੀਂ ਜਾਣਦਾ ਹੈਗਾ, ਉਹ ਚੱਲ ਤੁਸੀਂ ਹਨਾ ਅੰਦਰ ਜਾ ਕੇ ਪੁੱਛ ਵੀ ਸਕਦੇ ਹੋ। ਉਸ ਤੋਂ ਬਾਅਦ ਜਦੋਂ ਕੇਸ ਕੀਤਾ ਜੀ ਸਾਰਾ ਕੁਝ ਮਤਲਬ ਇਹਨਾਂ ਨੇ ਜਦੋਂ ਕੇਸ ਕਰਕੇ ਮਰੀਜ਼ ਨੂੰ ਬੈੱਡ ਤੇ ਲੈ ਕੇ ਜਾ ਕੇ ਇਹਨਾਂ ਨੇ ਪਾਲਿਆ। ਉਸ ਤੋਂ ਬਾਅਦ ਇਹਨਾਂ ਨੇ ਉਹਨਾਂ ਦਾ 1% ਵੀ ਮਤਲਬ ਕੇਅਰ ਵਾਲੀ ਕੋਈ ਗੱਲ ਨਹੀਂ ਕੀਤੀ, ਨਾ ਤਾਂ ਉਹਦੇ ਕੋਈ ਬੋਤਲ ਵਗੈਰਾ ਲਾਈ ਆ, ਨਾ ਉਹਨੂੰ ਕੋਈ ਮੈਡੀਸਨ ਕੁਝ ਵੀ ਨਹੀਂ ਦਿੱਤਾ ਹੈਗਾ ਜੀ। ਅੱਛਾ, ਉਸ ਤੋਂ ਬਾਅਦ ਕੀ ਹੋਇਆ ਜੀ, ਆਹ ਤੁਹਾਨੂੰ ਮੈਂ ਦਿਖਾ ਦੇਣਾ ਚਾਹੁੰਦਾ ਜੀ ਪਰਚੀ ਜਿਹੜੀ ਇਹਨਾਂ ਨੇ ਦਿੱਤੀ ਆ। ਇਸ ਦੇ ਉੱਪਰ ਅਸੀਂ 27 ਤਰੀਕ ਨੂੰ ਮਤਲਬ ਐਡਮਿਟ ਕਰਦੇ ਆ। ਇਹਨਾਂ ਨੇ ਸਾਨੂੰ ਸਵੇਰੇ 28 ਤਰੀਕ ਨੂੰ ਹੀ ਛੁੱਟੀ ਕੱਟ ਦਿੱਤੀ ਸੀ, ਜਦ ਕਿ ਅਸੀਂ ਸ਼ਾਮ ਨੂੰ 5 ਵਜੇ ਇਹਨਾਂ ਨੂੰ ਸਾਨੂੰ ਪੈਸੇ ਪੂਸੇ ਲੈ ਕੇ ਇੱਥੋਂ ਤੋਰ ਦਿੱਤਾ ਸੀਗਾ। ਛੁੱਟੀ ਦਾ ਤੁਸੀਂ ਕਿਹਾ ਸੀ ਇਹਨਾਂ ਨੂੰ ਕਿ ਹੁਣ ਚਾਹੀਦੀ ਕਿ ਇਹਨੇ ਡਾਕਟਰ ਨੇ ਛੁੱਟੀ ਨੂੰ ਆਪ ਦਿੱਤੀ? ਅਸੀਂ ਨਹੀਂ ਕਿਹਾ ਜੀ, ਅਸੀਂ ਪਤਾ ਲੱਗ ਜਦੋਂ ਮੈਡਮ ਨੇ ਸਾਡੇ ਕੋਲੇ ਆਈ ਆ, ਇਹ ਸਾਨੂੰ ਕਹਿੰਦੇ ਵੀ ਮਰੀਜ਼ ਇੱਕ ਵਾਰ ਵੀ ਜਮਾ ਸਹੀ ਆ ਵੀ ਤੁਸੀਂ ਜਾ ਵੀ ਸਕਦੇ ਆ, ਪਰ ਇਹਨਾਂ ਨੇ ਸਾਨੂੰ ਇਹ ਪਹਿਲਾਂ ਕਹਿਤਾ ਸੀਗਾ। ਇਹਨਾਂ ਨੇ ਜਿਹੜੀਆਂ ਕੰਪਿਊਟਰ ਕੁੜੀਆਂ ਹੈਗੀਆਂ ਨੇ ਉਹਨਾਂ ਨੇ ਜਿਹੜੀ ਮੇਨ ਡਾਕਟਰ ਹੈਗੀ ਆ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਛੁੱਟੀ ਕੱਟ ਦਿੱਤੀ ਹੋਈ ਸੀਗੀ, ਠੀਕ ਹੈ ਜੀ। ਕੋਈ ਉਹਦੇ ਮਤਲਬ ਡੱਕਾ ਕੁਝ ਵੀ ਨਹੀਂ ਕੀਤਾ ਹੈਗਾ। ਅਸੀਂ ਫੀਸ ਸਾਰੀ ਦਿੱਤੀ ਆ, ਨਾ ਤਾਂ ਇਹਨਾਂ ਨੇ ਸਾਨੂੰ ਫੀਸ ਦੀ ਕੋਈ ਵੀ ਰਸੀਦ ਵਗੈਰਾ ਜਿਹੜੀ ਉਹਦੀ ਬਣਦੀ ਹੁੰਦੀ ਆ, ਹੈ ਨਾ, ਸਾਨੂੰ ਕੋਈ ਪ੍ਰੂਫ ਦੇਣਾ ਸੀ ਇਹਨਾਂ ਨੇ, ਹੈ ਨਾ। ਤੁਹਾਡੇ ਕੋਲ ਜਿਹੜੇ ਤੁਸੀਂ ਦਿੱਤਾ ਇਹਨਾਂ ਨੂੰ ਪੈਸੇ, ਉਹਦਾ ਕੋਈ ਬਿੱਲ ਨਹੀਂ ਤੁਹਾਡੇ ਕੋਲ? ਸਾਨੂੰ ਕੋਈ ਬਿੱਲ ਨਹੀਂ ਦਿੱਤਾ ਜੀ, ਸਾਥੋਂ 24000 ਰੁਪਇਆ ਇਹਨਾਂ ਨੇ ਲੈਤਾ ਹੈਗਾ, ਪੂਰਾ 24000 ਰੁਪਇਆ ਲੈਤਾ ਹੈਗਾ। ਕੈਸ਼ ਦਿੱਤਾ ਜੀ? ਅਸੀਂ ਕੈਸ਼ ਦਿੱਤਾ ਜੀ 24000 ਰੁਪਇਆ, ਸਾਨੂੰ ਇਹਨਾਂ ਨੇ ਕੋਈ ਬਿੱਲ ਨਹੀਂ ਦਿੱਤਾ ਹੈਗਾ। ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਜਦੋਂ ਛੁੱਟੀ ਕਰਦੀ ਅਸੀਂ ਮਰੀਜ਼ ਵਗੈਰਾ ਲੈ ਗਏ, ਸਾਨੂੰ ਇਹਨਾਂ ਨੇ 5 ਦਿਨ ਦੀ ਦਵਾਈ ਦਿੱਤੀ ਸੀ। ਅੱਛਾ, ਉਸ ਤੋਂ ਬਾਅਦ ਚੌਥੇ ਦਿਨ ਆ ਕੇ ਜੀ 1 ਦਿਨ ਪਹਿਲਾਂ ਦਵਾਈ ਤੋਂ ਸਾਡੇ ਮਰੀਜ਼ ਦੀ ਸਿਹਤ ਡਾਊਨ ਹੋ ਗਈ। ਅੱਜ ਉਲਟੀਆਂ ਵਗੈਰਾ ਜ਼ਿਆਦਾ ਲੱਗੀਆਂ ਸੀਗੀਆਂ। ਅਸੀਂ ਕੀ ਕੀਤਾ, ਸਾਡੇ ਮਤਲਬ ਗਾਹਾਂ ਰਿਸ਼ਤੇਦਾਰ ਤੋਂ ਨੰਬਰ ਲੈ ਕੇ ਹਸਪਤਾਲ ਦਾ ਡਾਕਟਰ ਸਾਹਿਬ ਨਾਲ ਗੱਲ ਕਰਕੇ ਵੀ ਸਾਡੇ ਤੁਸੀਂ 5 ਦਿਨ ਦੀ ਦਵਾਈ ਦਿੱਤੀ ਆ ਕਿ ਅਸੀਂ ਬਿਮਾਰ ਹੋ ਗਿਆ, ਉਸ ਤੋਂ ਬਾਅਦ ਤੁਸੀਂ ਇੱਥੇ ਹਸਪੀਟਲ ਆ ਗਏ। ਅਸੀਂ ਆ ਗਏ ਜੀ ਇੱਥੇ। ਇਹਨਾਂ ਨੇ ਜਦੋਂ ਸਭ ਤੋਂ ਪਹਿਲਾਂ ਇਹ ਕਹਿੰਦੇ ਵੀ ਪੀੜ ਤੇ ਉਹਦੇ ਮੰਮੀ ਜੀ ਖੜੇ ਆ ਲੜਕੀ ਦੇ, ਵੀ ਤੁਸੀਂ ਭਾਈ ਇਹਦਾ ਮਾੜਾ ਮੋਟਾ ਦੇਖੋ, ਮਾੜਾ ਮੋਟਾ ਤੁਸੀਂ ਹੈ ਨਾ ਵੀ ਕੀ ਹੈਗਾ ਪ੍ਰੋਪਰ, ਕੀ ਬਿਮਾਰ ਆ, ਉਲਟੀਆਂ ਕਿਉਂ ਲੱਗੀਆਂ ਹੋਈਆਂ, ਉਲਟੀਆਂ ਕਿਉਂ ਲੱਗੀਆਂ ਹੋਈਆਂ। ਇਹ ਕਹਿੰਦੇ ਵੀ ਜਿਹੜੀ ਉਹਦੀ ਪੱਟੀ ਸੀ ਆਪਰੇਸ਼ਨ ਵਾਲੀ ਉਹ ਤਾਂ ਰੱਬ ਜਾਣਦਾ ਅੰਦਰ ਲੈ ਕੇ ਗਿਆ, ਬਦਲੀ ਆ ਜਾਂ ਨਹੀਂ ਬਦਲੀ ਆ। ਚਲੋ ਇਹ ਕਹਿੰਦੇ ਆ ਬਦਲੀ ਆ, ਠੀਕ ਆ, ਬਦਲੀ ਹੋਣੀ ਆ, ਪਰ ਉਲਟੀਆਂ ਦਾ ਉਹਨਾਂ ਨੇ ਕੋਈ ਵੀ ਦੇਖਿਆ ਨਹੀਂ ਹੈਗਾ। ਇਹ ਕਹਿੰਦੇ ਵੀ ਤੁਸੀਂ ਦਾਖਲ ਕਰੋ, ਪੈਸੇ ਜਮ੍ਹਾਂ ਕਰਵਾਓ ਤਾਂ ਅਸੀਂ ਫਿਰ ਉਹ ਕਰਾਂਗੇ।
ਇਹ ਕਹਿੰਦੇ ਵੀ ਦੇਖ ਅਸੀਂ ਲੜਕੀ ਵਾਲੇ ਆ, ਅਸੀਂ ਲੜਕੀ ਨੂੰ ਲੈ ਕੇ ਆ ਗਏ, ਥੋੜੀ ਜਿਹੀ ਅਸੀਂ ਨਾ 1-2 ਮਿੰਟ ਵਾਸਤੇ ਅਸੀਂ ਲੜਕੀ ਦੇ ਸਹੁਰਾ ਪਰਿਵਾਰ ਨਾਲ ਗੱਲ ਕਰ ਲਈਏ, ਮੁੰਡਿਆਂ ਨਾਲ ਗੱਲ ਕਰ ਮੁੰਡੇ ਵਾਲਿਆਂ ਨਾਲ ਗੱਲ ਕਰ ਲਈ। ਉਹ ਤਾਂ ਕਹਿੰਦੇ ਜੋ ਤੁਸੀਂ ਮੁੰਡਿਆਂ ਨਾਲ ਗੱਲਬਾਤ ਕੀਤੀ ਉਹਨਾਂ ਦਾ ਕੀ ਕਹਿਣਾ ਸੀ ਮੁੰਡਿਆਂ ਦਾ ਨਹੀਂ, ਇਹਨਾਂ ਨੇ ਜੀ ਕੋਈ ਗੱਲਬਾਤ ਕਰਨੀ ਨਹੀਂ ਕਰੀ ਨਹੀਂ ਦਿੱਤੀ ਇਹਨਾਂ ਨੇ ਗੱਲਬਾਤ ਇਹਨਾਂ ਨੇ ਕੋਈ ਮੈਡਮ ਨੇ ਕਰਨ ਨਹੀਂ ਦਿੱਤੀ। ਉਹ ਕਹਿੰਦੇ ਸਾਨੂੰ ਕਿਸੇ ਦਾ ਕੋਈ ਮਤਲਬ ਨਹੀਂ ਤੇ ਵੀ ਜਾਂ ਤਾਂ ਇੱਥੇ ਪੈਸੇ ਜਮ੍ਹਾਂ ਕਰਵਾਓ ਤੇ ਜਾਂ ਫਿਰ ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਅੱਛਾ ਵੀ ਟਾਂਕੇ ਟੁੱਟਦੇ ਆ ਟੁੱਟ ਜਾਣ, ਉਲਟੀਆਂ ਦਾ ਵੀ ਕੋਈ ਚੱਕਰ ਨਹੀਂ ਸਾਨੂੰ। ਤੇ ਮਤਲਬ ਇਹਨਾਂ ਨੇ ਫਿਰ ਗੁੱਸੇ ਹੋ ਕੇ, ਹੁੰਦਾ ਹੀ ਆ ਸਾਰਿਆਂ ਨੂੰ ਹਨਾ ਵੀ ਸਾਡੀ ਲੜਕੀ ਦੀ ਕੰਡੀਸ਼ਨ ਜ਼ਿਆਦਾ ਖਰਾਬ ਹੋ ਚੁੱਕੀ ਸੀ। ਇਹ ਜਦੋਂ ਨੀਚੇ ਲੈ ਕੇ ਆ ਗਏ ਜੀ, ਇਹਨਾਂ ਨੇ ਤੁਰੀ ਜਾਂਦੀ ਗੱਡੀ ਦੇ ਵਿੱਚੋਂ ਆ ਕੇ ਕੋਈ ਕੰਪਿਊਟਰ ਭੇਜਿਆ ਵੀ ਸਾਡੇ ਪੈਸੇ ਦੇ ਕੇ ਜਾਓ, ਅਸੀਂ ਪੱਟੀ ਤੁਹਾਡੀ ਬਦਲੀ ਆ, 200 ਰੁਪਏ ਇਹਨਾਂ ਨੇ ਗੱਡੀ ਦੇ ਵਿੱਚੋਂ ਫੜਿਆ। ਇਹਨਾਂ ਦੇਖੋ ਜੀ ਅਸੀਂ ਰੱਬ ਦਾ ਰੂਪ ਮੰਨ ਕੇ ਵਿਸ਼ਵਾਸ ਕਰਕੇ ਇਸ ਹਸਪਤਾਲ ਦੇ ਵਿੱਚ ਆਏ ਸੀ, ਪਰ ਸਾਨੂੰ ਇਹ ਨਹੀਂ ਪਤਾ ਵੀ ਇਹ ਇੱਥੇ ਕਸਾਈ ਰਹਿੰਦੇ ਆ। ਇੱਕ ਕਸਾਈ ਇਹ ਬੁੱਚੜਖਾਨਾ ਬਾਈ ਜੀ, ਵੱਡ ਸਿੱਟੀ ਜਾਂਦੇ ਆ, ਪੈਸੇ ਲਈ ਜਾਂਦੇ ਆ, ਮੁੜ ਕੇ ਕੋਈ ਕੇਅਰ ਨਹੀਂ ਕਰਦਾ ਹੈਗਾ ਇੱਥੇ, ਠੀਕ ਹੈ ਨਾ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਾਂ ਤਾਂ ਇਹਨਾਂ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਕੀਤੀ ਜਾਵੇ। ਜਦੋਂ ਅਸੀਂ ਆਹ ਮੈਡਮ ਨੂੰ ਆ ਕੇ ਪਰਚੀ ਹੁਣ ਦਿਖਾਈ ਆ, ਉਹਨੇ ਮੈਡਮ ਨੇ ਸਾਨੂੰ ਆਪਦੀ ਜਵਾਨੀ ਕਿਹਾ ਵੀ ਭਾਵਕ ਜੇ ਹੋ ਕੇ। ਮੈਂ ਕਿਹਾ ਮੈਡਮ ਤੁਸੀਂ ਭਾਵਕ ਹੋਈ ਵੀ 27 ਦੀ ਮੈਂ ਕਿਹਾ ਐਡਮਿਟ ਕੀਤਾ, ਤੁਸੀਂ 28 ਨੂੰ ਸਾਨੂੰ ਤੋਰਿਆ, ਪਰ ਇੱਥੇ 29 ਲਿਖੀ ਆ। ਉਹ ਕਹਿੰਦੀ ਭਾਵਕ ਜੋ ਕੇ, ਕਹਿੰਦੀ ਅੱਛਾ, ਕਹਿੰਦੀ ਇਹ ਹੋ ਸਕਦਾ ਮਿਸਟੇਕ ਹੋ ਗਈ ਹੋਵੇ। ਅਸੀਂ ਮੈਡਮ ਨੂੰ ਇਹ ਕਿਹਾ ਵੀ ਜੇ ਮਿਸਟੇਕ ਹੋ ਗਈ ਸਾਨੂੰ ਮਾੜਾ ਜਿਹਾ ਲਿਖ ਕੇ ਦੇ ਦਿਓ ਜੀ, ਅਸੀਂ ਕਿਹੜਾ ਕੋਈ ਕਾਰਵਾਈ ਕਰਨ ਲੱਗਿਆ। ਪਰ ਉਸ ਤੋਂ ਬਾਅਦ ਮੈਡਮ ਸਾਨੂੰ ਹੱਬ ਦੱਬ ਕਹਿੰਦੀ ਇਸ ਤਰ੍ਹਾਂ ਕੋਈ ਨਹੀਂ ਹੋਣਾ, ਤੁਸੀਂ ਤਾਂ ਇੱਥੇ ਭਕਾਈ ਬਕਵਾਸ ਮਾਰਨ ਵਾਲੀ ਗੱਲ ਆ ਹਨਾ। ਤੁਹਾਡੇ ਗੱਲ ਪੈ ਗਏ, ਸਾਡੇ ਗੱਲ ਪਿਆ ਹੁਣ ਵੀ ਅਸੀਂ ਹੁਣ ਸਾਡੇ ਗੱਲ ਪਿਆ। ਸਾਡੇ ਮੁੰਡੇ ਦੇ ਮੋਬਾਈਲ ਦੇ ਵਿੱਚ ਵੀਡੀਓ ਬਣੀ ਹੋਈ ਆ ਇਸ ਟਾਈਮ, ਜੀ ਜੀ, ਇਸ ਮੋਬਾਈਲ ਦੇ ਵਿੱਚ ਵੀਡੀਓ ਬਣੀ ਹੋਈ ਆ। ਮੈਡਮ ਸਾਡੇ ਪ੍ਰੋਪਰ ਗੱਲ ਪਈ ਆ ਪੂਰਾ, ਪਰ ਉਹਨੇ ਸਾਨੂੰ ਇਹ ਨਹੀਂ ਕਿਹਾ ਵੀ ਦੇਖੋ ਮਾਮਲਾ ਆਪਾਂ ਸੁਲਝਾ ਲੈਂਦੇ ਆ ਬਹਿ ਕੇ, ਅਸੀਂ ਵੀ ਪਰਿਵਾਰ ਵਾਲੇ ਆ ਹਨਾ। ਤੇ ਪਰ ਅਸੀਂ ਸਭ ਤੋਂ ਵੱਡੀ ਗੱਲ ਇਹ ਆ, ਅਸੀਂ ਇਹ ਕਹਿਣਾ ਚਾਹੁੰਦੇ ਵੀ ਇਹਨਾਂ ਤੇ ਕਾਰਵਾਈ ਕੀਤੀ ਜਾਵੇ, ਇਸ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਜੀ। ਤਾਂ ਹਾਂ ਮਾਤਾ ਤੁਸੀਂ ਇੱਥੇ ਹਸਪੀਟਲ ਆਏ, ਤੁਹਾਨੂੰ ਡਾਕਟਰ ਨੇ ਕੀ ਕਿਹਾ ਅੱਜ ਆਪਣੇ ਬੇਟੇ ਨੇ ਇੱਥੇ ਕਿ ਫਿਰ ਦਾਖਲ ਕਰਵਾਇਆ? ਅਸੀਂ ਵੀਰ ਜੀ ਜਦੋਂ ਅਸੀਂ ਇੱਥੇ ਆਏ ਅਸੀਂ ਇਹਨਾਂ ਨੂੰ ਇਹ ਕਿਹਾ ਸੀ ਵੀ ਇਹਦੀ ਉਲਟੀਆਂ ਵਗੈਰਾ ਹੋਈ ਜਾਂਦੀਆਂ ਵੀ ਭਾਈ ਇਹਨੂੰ ਦੇਖੋ ਜੀ। ਇਹਨਾਂ ਨੇ ਸੱਦਿਆ ਵੀ ਸਾਨੂੰ ਫੋਨ ਕਰਕੇ ਆ ਵੀ ਤੁਸੀਂ ਆ ਜਾਓ ਹਸਪਤਾਲ 'ਚ ਲੈ ਕੇ, ਠੀਕ ਆ। ਜਦੋਂ ਅਸੀਂ ਲੈ ਕੇ ਇਹਨਾਂ ਨੇ ਕੋਈ ਬਾਤ ਨਹੀਂ ਪੁੱਛੀ, ਮੈਡਮ ਆਈ ਖੜੀ ਰਹੀ ਆ। ਮੈਂ ਕਿਹਾ ਮੈਡਮ ਜੀ ਮਹਾਰੀਆਂ ਉਲਟੀਆਂ, ਕਹਿੰਦੀ ਪਹਿਲਾਂ ਦਾਖਲ ਕਰ ਲਓ। ਮੈਂ ਕਿਹਾ ਵੀ ਦਾਖਲ ਮੇਰੇ ਸਹੁਰੇ ਨਾਲ ਗੱਲ ਕਰਕੇ ਕਰੂੰਗੀ ਵੀ ਜਦੋਂ ਛੁੱਟੀ ਦਵਾ ਕੇ ਲੈ ਕੇ ਗਏ ਉਹੀ ਇੱਥੇ ਲੈ ਕੇ ਆਈ ਸੀ, ਸਾਡੀ ਕੋਈ ਜਾਣ ਪਛਾਣ ਨਹੀਂ, ਠੀਕ ਆ। ਮੈਂ ਕਿਹਾ ਮੇਰੇ ਸਹੁਰੇ ਨਾਲ ਮੈਂ ਗੱਲ ਕਰਕੇ ਦਾਖਲ ਕਰੂੰਗੀ, ਪਹਿਲਾਂ ਤੁਸੀਂ ਇਹਦੇ ਕੋਈ ਟਿਕਟ ਲਾ ਲਓ ਵੀਰੇ, ਉਲਟੀਆਂ ਹਟਾਓ। ਉਲਟੀਆਂ ਮੈਡਮ ਨੇ ਖੜੀ ਤੇ 3 ਵਾਰੀ ਕੁੜੀ ਨੇ ਉਲਟੀ ਕਰੀ ਹੈ, ਟਾਂਕੇ ਫੜ ਕੇ ਕਹਿੰਦੀ ਮੰਮੀ ਮੇਰੇ ਟਾਂਕੇ ਟੁੱਟ ਗਏ। ਫਿਰ ਮੈਨੂੰ ਇਹ ਕਹਿੰਦੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ, ਟਾਂਕੇ ਟੁੱਟਣ ਨਾ ਟੁੱਟਣ, ਕਹਿੰਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ, ਪੈਸੇ ਭਰ ਦੋ, ਕਹਿੰਦੀ ਅਸੀਂ ਦਾਖਲ ਕਰ ਲੈਂਦੇ ਹਾਂ। ਅਸੀਂ ਕਹਿੰਦੇ ਸਾਡੇ ਕੋਲ ਕੋਈ ਪੈਸਾ ਨਹੀਂ, ਅਸੀਂ ਦਿਖਾਉਣਾ ਹੈ ਤੁਹਾਨੂੰ ਫੋਨ ਲਾ ਕੇ। ਕਹਿੰਦੀ ਜੇ ਹੁਣ ਨਹੀਂ ਭਰਦੇ ਹੱਥ ਨਹੀਂ ਭਰਦੇ ਫਿਰ ਦਾਖਲ ਕਰਾਂਗੇ, 5 ਦਿਨ ਰੱਖਾਂਗੇ। ਠੀਕ ਹੈ, ਡਾਕਟਰ ਸਾਹਿਬ ਕਹਿਣਾ ਸੀ ਅਸੀਂ ਦਾਖਲ ਕਰਵਾਵਾਂਗੇ ਇੱਥੇ ਤੇ ਫਿਰ ਇਲਾਜ ਸ਼ੁਰੂ ਕਰਾਂਗੇ ਦਾਖਲ ਤੋਂ ਬਾਅਦ। ਵੀ ਪਹਿਲਾਂ ਪੈਸੇ ਭਰੋ। ਫਾਸਟ ਏਡ ਕੋਈ ਨਹੀਂ ਵੀ ਦਿੱਤਾ, ਇਹਨਾਂ ਨੇ ਕੁਛ ਨਹੀਂ ਕੀਤਾ, ਕੁਛ ਨਹੀਂ ਦਿੱਤਾ, ਨਾ ਕੋਈ ਟੀਕਾ ਲਾਇਆ ਨਾ ਕੁਛ ਵੀ ਨਹੀਂ, ਕੁੜੀ ਨੂੰ ਦੇਖਿਆ ਹੀ ਨਹੀਂਗਾ। ਕੱਲੀ ਪੱਟੀ ਮੈਨੂੰ ਆਏ ਨਹੀਂ, ਮੇਰਾ ਆਪਣੀ ਪਤਾ ਵੀ ਇਹਨਾਂ ਨੇ ਪੱਟੀ ਕਰੀ ਹੈ। ਮੈਂ ਕੁੜੀ ਨੇ ਫੋਨ ਤੇ ਮੈਂ ਬਾਹਰ ਚ ਖੜੀ ਗੱਲ ਕਰੀ, ਮੈਨੂੰ ਅੰਦਰ ਨਹੀਂ ਕੀਤਾ ਵੀ ਪੱਟੀ ਕਰੀ ਹੈ ਕਿ ਉਹੀ ਪੱਟੀ ਲੱਗੀ ਹੈ ਕੁੜੀ ਦੇ। ਇਸ ਤੋਂ ਬਾਅਦ ਤੁਸੀਂ ਹੁਣ ਲੜਕੀ ਨੂੰ ਕਿੱਥੇ ਦਾਖਲ ਕਰਵਾਇਆ? ਰਾਮਦੇਵ ਬਾਈ ਜੀ ਰਾਮਦਾਸ ਹਸਪਤਾਲ ਉੱਥੇ ਉਹਨਾਂ ਨੇ ਵੀ ਸਾਨੂੰ ਕੋਈ ਹੁਣ ਕੀਤਾ, ਉਹ ਕਹਿੰਦੇ ਜਿੱਥੋਂ ਲੈ ਕੇ ਆਏ ਵੀ ਉੱਥੇ ਵਗ ਜਾਓ, ਠੀਕ ਆ। ਉਹ ਤਾਂ ਕੁੜੀਆਂ ਕੋਲ ਖੋਲਦੀਆਂ, ਮੇਰੀਆਂ ਭਤੀਜੀਆਂ ਲੱਗੀਆਂ ਹੋਈਆਂ, ਉਹਨਾਂ ਨੇ ਉਹ ਕਰਕੇ ਮੈਡਮ ਨਾਲ ਗੱਲ ਕਰਕੇ ਪਹਿਚਾਣ ਵਾਲੇ ਸਾਡੇ ਵੀ ਤਾਂ ਸੀਗੇ, ਦਾਖਲ ਕੀਤੀ ਉਹਨਾਂ ਦਾ ਕਰਕੇ ਐਡਮਿਟ ਹੋ ਗਿਆ। ਨਹੀਂ ਇਸ ਵਕਤ ਦੇਖ ਲੈ ਜਦੋਂ ਇੱਥੇ ਲੈ ਕੇ ਆਏ ਪੇਸ਼ੈਂਟ ਸੀਗਾ ਉਹ ਵੀ ਐਡਮਿਟ ਕਰਨੀ ਸੀ। ਟਾਈਮ ਦੇਖ ਲਓ ਵੀ ਅਸੀਂ ਤੋਂ ਕਿੰਨੇ ਵਜੇ ਗਏ। ਇਹਨਾਂ ਨੇ ਤਾਂ ਇੱਕ ਦਿਨ ਰਾਤ 'ਚ ਇੱਕ ਬੋਤਲ ਲਾਈ ਹੈ ਤੇ ਉਹਨਾਂ ਨੇ ਇੰਨੇ ਟਾਈਮ 'ਚ ਹੁਣ 5ਵੀਂ ਬੋਤਲ ਲੱਗੀ ਪਈ, ਜਾ ਕੇ ਦੇਖ ਲਓ ਕੁੜੀ ਦੇ ਮੂੰਹ ਅਸੀਂ ਬਾਈ ਜੀ ਪਹਿਲੀ ਸਭ ਤੋਂ ਮੇਨ ਗੱਲ ਜਿਹੜੀ ਹੈਗੀ ਆ, ਜਿਹੜੀ ਕਾਗਜ਼ਾਂ ਦੇ ਤੱਥਾਂ ਦੇ ਆਧਾਰ ਤੇ ਮੰਨ ਲਓ ਵੱਡੇ ਬੰਦਿਆਂ ਤੋਂ ਮਿਸਟੇਕਾਂ ਵਗੈਰਾ ਹੋ ਜਾਂਦੀਆਂ ਨੇ, ਜਿਹੜੇ ਇਹਨਾਂ ਦੇ ਸੀਸੀਟੀਵੀ ਵਗੈਰਾ ਜਾਂ ਤਾਂ ਮੈਨੂੰ ਤਾਂ ਲੱਗਦਾ ਪਹਿਲੀ ਗੱਲ ਆ ਜਿਹੜੇ ਹਿਸਾਬ ਨਾਲ ਲੱਗਦੇ ਆ ਖਰਾਬ ਹੋਏ ਪਿਆ, ਜਾਂ ਸਾਰਿਆਂ ਦੀਆਂ ਰਿਕਾਰਡਿੰਗਾਂ ਕਢਾ ਕੇ ਦੇਖ ਲਓ ਵੀ ਇਹਨਾਂ ਦੇ ਜੋ ਵੀ ਇਹਨਾਂ ਨੇ ਕਾਰਵਾਈ ਵਗੈਰਾ ਕੀਤੀ ਆ। ਸਾਨੂੰ ਜਿਵੇਂ ਇਹ ਕਹਿੰਦੇ ਵੀ ਮੈਡਮ ਜੀ ਅੱਜ ਜਦੋਂ ਸਾਨੂੰ ਛੁੱਟੀ ਦਿੱਤੀ, ਸਾਨੂੰ 8 ਵਜੇ ਜਿਹੜੀਆਂ ਨੇ ਕੁੜੀਆਂ ਕੰਪਿਊਟਰ ਅੱਗੇ ਉਹਨਾਂ ਨੇ ਕਿਹਾ ਵੀ ਕੁੜੀ ਨੇ ਉਹ ਵੀ ਮੇਰੀ ਕੁੜੀ ਨੇ ਜਿਹੜਾ ਕੇਸ ਹੋਇਆ ਉਹਨੂੰ ਆ ਕੇ ਕਿਹਾ, ਸਾਨੂੰ ਵੀ ਨਹੀਂ ਕਿਹਾ। ਕਹਿੰਦੀ ਤੇਰੀ ਛੁੱਟੀ ਹੋ ਗਈ, ਪੈਪ ਲੱਗੀ ਪਈ ਹੈ। ਉਹਦੇ ਮੈਡਮ ਨੇ ਕਿਤੇ ਫੋਨ ਪਾਣ ਕਰਤਾ ਵੀ ਪੈਪ ਲਾ ਦੋ ਕੁੜੀ ਦੇ। ਕਹਿੰਦੀ ਤੁਹਾਡੇ ਪਰਿਵਾਰ ਦੇ ਛੁੱਟੀ ਕੋਈ ਮੰਗ ਨਹੀਂ ਕੀਤੀ? ਕਿਸੇ ਨੇ ਛੁੱਟੀ ਨਹੀਂ ਕੀਤੀ, ਸਾਨੂੰ ਕਿਸੇ ਨੇ ਛੁੱਟੀ ਨਹੀਂ ਕੀਤੀ। ਕੁੜੀ ਜਾਪ ਕਰੀ ਨੂੰ ਕੱਲ ਨਹੀਂ ਕਿਹਾ ਵੀ ਤੂੰ ਛੁੱਟੀ ਹੋ ਗਈ, ਵੀ ਤੁਸੀਂ ਪੈਸੇ ਭਰ ਦਿਓ। ਸਾਨੂੰ ਮੈਨੂੰ ਕੱਲੇ ਪੈਸਾ ਤੇ ਕਰ ਮਤਲਬ ਸੀ ਇਹਨਾਂ ਦਾ। ਡਾਕਟਰ ਸਾਹਿਬ ਨੇ ਪਹਿਲਾਂ ਇਹ ਗੱਲ ਕਹੀ ਕਿ ਪਹਿਲਾਂ ਪੈਸੇ ਭਰੋ, ਤੁਹਾਡੀ ਲੜਕੀ ਲਾਏ ਫਿਰ ਸ਼ੁਰੂ ਹੋਊਗਾ। ਹਾਂ ਕਿਹਾਗਾ ਮੈਡਮ ਨੇ ਕਿਹਾਗਾ, ਕਹਿੰਦੀ 5 ਪੈਸੇ ਭਰ ਦਿਓ। ਮੈਂ ਕਿਹਾ ਵੀ ਸਾਡੇ ਕੋਲ ਕੁਛ ਨਹੀਂ ਗਾ ਤੇ ਵੀ ਉਹੀ ਆਇਆ ਮਾਂ ਪਿਓ ਵੀ ਭੱਠੇ ਦੇ ਕੰਮ ਕਰਦੇ ਆ। ਕਹਿੰਦੀ ਆ ਕਿ ਫਿਰ ਮੈਂ ਸ਼ਾਮ ਨੂੰ ਭਰ ਦੋ ਜੇ ਇਲਾਜ ਫਿਰ ਸ਼ੁਰੂ ਕਰਾਂਗੇ। ਮੈਂ ਕਿਹਾ ਵੀ ਮੇਰੇ ਸਹੁਰੇ ਨਾਲ ਗੱਲ ਕਰਕੇ ਦਾਖਲ ਕਰ। ਛੁੱਟੀ ਬਾਰੇ ਕਹਿਣ ਦਾ ਮਤਲਬ ਤਾਂ ਬਾਈ ਜੀ ਇਹ ਹੁੰਦਾ, ਡਾਕਟਰ ਸਾਹਿਬ ਨੂੰ ਇਹ ਪੁੱਛਣ ਦਾ ਆਪਣਾ ਫਰਜ਼ ਬਣਦਾ ਹੁੰਦਾ ਵੀ ਜੇ ਤਾਂ ਛੁੱਟੀ ਕੱਟੋਗੇ ਤਾਂ ਟਾਈਮ ਨਾ ਕੱਟੋ। ਕਿਉਂ ਬਾਈ ਗਰੀਬ ਪਰਿਵਾਰ ਹੈ, ਇਹਨਾਂ ਕੋਲ ਕੋਈ ਗੱਡੀਆਂ ਹੈ ਨਹੀਂ। ਜੇ 4000 ਤੇ ਗੱਡੀ ਕਰਾ ਕੇ ਹੁਣ ਲੈ ਕੇ ਜੇ ਮੰਨ ਲਓ ਇਹਨਾਂ ਨੇ 6 ਵਜੇ ਸ਼ਾਮ ਨੂੰ ਛੁੱਟੀ ਕੱਟੀ ਆ, ਇਹਨਾਂ ਨੇ ਬਾਈ ਜੀ 65 ਕਿਲੋਮੀਟਰ ਜਾਣਾ, ਦੱਸੋ ਮੈਨੂੰ ਕਾਹਦੇ ਤੇ ਲੈ ਕੇ ਜਾਣਗੇ? ਇੱਥੋਂ ਟੈਕਸੀ ਘੱਟੋ ਘੱਟ ਜੇ ਆਪਾਂ ਲੈ ਕੇ ਜਾਣੀ ਹੋਵੇ 5000 ਰੁਪਇਆ ਲਊ। ਨਹੀਂ ਵੀਰ ਜੀ ਇਹਨਾਂ ਦਾ ਮਤਲਬ ਨਹੀਂ ਬਣਦਾ ਦੂਜੇ ਨੂੰ ਛੁੱਟੀ ਕੱਟਣ ਦਾ 8 ਵਜੇ ਦਾ ਟਾਈਮ ਮਤਲਬ ਬਣਦਾ। ਵੱਡਾ ਆਪਰੇਸ਼ਨ ਹੋਇਆ, ਜੇ ਸਾਨੂੰ ਇਹਨੇ 4 ਦਿਨ ਕਿਹਾ ਵੀ ਇਹਨੇ ਕਿਉਂ ਸਾਨੂੰ 8 ਵਜੇ ਛੁੱਟੀ ਕੱਟੀ ਆ, ਸਾਡੇ ਕਿਸੇ ਪਰਿਵਾਰ ਨੂੰ ਨਹੀਂ ਕਿਹਾ। ਇਹਨੇ ਪੈਸੇ ਤੇ ਕਰ ਮਤਲਬ ਲਾਈ, ਇਹ ਮੁੰਡਾ ਮੀਟਿੰਗ ਜੀ ਪੈਸੇ ਭਰੋ 5 ਵਜੇ ਇਹ ਆਇਆ, ਪੈਸੇ ਭਰ ਕੇ ਨਾਲ ਦੀ ਨਾਲ ਤੋਰਤਾ। ਸਾਨੂੰ ਕੋਈ ਆਹ ਦਵਾਈ ਦਿੱਤੀ ਇਹਨਾਂ ਨੇ, ਪੂਰਾ ਆਹ ਸੀਗੀ ਦਵਾਈ ਲਾ ਦੇਖ ਲਓ। ਅੱਜ ਕਹਿੰਦੀ ਹੁਣ ਤੁਹਾਨੂੰ ਮੈਂ ਕੁਛ ਨਹੀਂ ਦਿੰਦੀ, ਇਹੀ ਦਵਾਈ ਦਿਓ। ਇਹ ਦਵਾਈ ਮੈਂ 3 ਵਾਰੀ ਦੇਤੀ। ਸਿਰਫ ਵੱਡੇ ਆਪਰੇਸ਼ਨ ਤੋਂ ਬਾਅਦ ਇਹ ਦਵਾਈ ਦਿੱਤੀ ਗਈ ਹੈ। ਵੱਡੇ ਆਪਰੇਸ਼ਨ ਤੋਂ ਬਾਅਦ ਆਹ ਦੇਖ ਲਓ ਬਾਈ ਜੀ, ਵੱਡੇ ਆਪਰੇਸ਼ਨ ਤੋਂ ਬਾਅਦ ਮੈਂ ਦੱਸ ਦੇਣਾ ਚਾਹੁੰਦਾ, ਲੇਡੀਜ਼ ਵੀ ਦੇਖਣਗੀਆਂ ਇਸ ਵੀਡੀਓ ਨੂੰ ਵੀ ਲੇਡੀ ਦੇ ਜ਼ਿਆਦਾ ਹਨਾ ਆਪਰੇਸ਼ਨਾਂ ਬਾਰੇ। ਵੱਡੇ ਆਪਰੇਸ਼ਨ ਤੋਂ ਬਾਅਦ ਸਿਰਫ ਆਹੀ ਮੈਡੀਸਨ ਹੀ ਦਿੱਤੀ ਗਈ ਆ
ਨਾ ਕਿ ਇਹਨਾਂ ਨੇ ਕੋਈ ਪ੍ਰੋਪਰ ਉਹਦੇ ਕੋਈ ਡ੍ਰਿਪਸ ਵਗੈਰਾ 2-3 ਦਿਨ ਚਲੋ ਨਾ 4 ਦਿਨ ਆਪਾਂ ਮੰਨਦੇ 2 ਦਿਨ ਤਾਂ ਘੱਟੋ ਘੱਟ ਉਹਨੂੰ ਦੇਖਦੇ ਤਾਂ ਸਹੀ। ਇਹ ਦਵਾਈ ਵੀ ਰੋਲਾ ਪਾ ਕੇ ਲੈਤੀ ਵੱਡਾ ਆਪਰੇਸ਼ਨ ਵੱਡੀ ਗੱਲ ਹੁੰਦੀ ਹੈ, ਬਹੁਤ ਹਾਂ ਵੀਰ ਬਹੁਤ ਜੀ। ਡਰ ਹੁੰਦਾ ਇਸ 'ਚ। ਅਸੀਂ ਇਹਨਾਂ ਨੂੰ ਇਹੀ ਗੱਲ ਮੈਂ ਕਹੀ ਮਹਾ ਮੈਡਮ ਵੀ ਟਾਂਕੇ ਨਾ ਟੁੱਟ ਜੇ ਟੁੱਟ ਜਾਣਾ ਵੀ ਸਾਨੂੰ ਡਰ ਲੱਗਦਾ ਵੀ ਪ੍ਰੈਸ਼ਰ ਵਾਲਾ ਫੋਨ ਆਪਰੇਸ਼ਨ ਕੀਤਾ ਵੀ ਇਹਨੂੰ ਪਹਿਲਾਂ ਉਲਟੀਆਂ ਨਾ ਕਰਕੇ ਵੀ ਟਾਂਕੇ ਨਾ ਟੁੱਟ ਗਏ। ਕਹਿੰਦੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ, ਇਹਦਾ ਡਾਕਟਰ ਨੇ ਦਾ ਕਹਿਣਾ। ਤੁਹਾਨੂੰ ਕਿਸ ਨੇ ਦਿੱਤੀ ਸਲਾਹ ਕਿ ਇਸ ਹਸਪੀਟਲ ਦੇ ਵਿੱਚ ਆਓ? ਬਾਈ ਜੀ ਪਿੰਡ ਭਾਈ ਰੂਪੇ ਤੋਂ ਰੂਪੇ ਤੋਂ ਇੱਕ ਪ੍ਰਾਈਵੇਟ ਨਰਸ ਆ। ਜੀ। ਮੈਂ ਉਹਦੇ ਕੋਲ ਨਾ ਪਹਿਲਾਂ ਕਈ ਕੇਸ ਇੱਕ ਦੋ ਵਾਰੀ ਮਤਲਬ ਸਾਨੂੰ ਵਿਸ਼ਵਾਸ ਵਾਲੀ ਗੱਲ ਸੀ ਵੀਰੇ ਹਨਾ, ਆਪਾਂ ਐਵੇਂ ਝੂਠ ਨਹੀਂ ਬੋਲਦੇ। ਸਾਨੂੰ ਉਹੀ ਇੱਥੇ ਲੈ ਕੇ ਆਈ ਸੀ, ਪਰ ਉਹ ਵੀ ਇਹਨਾਂ ਨਾਲ ਕਮਿਸ਼ਨ ਕਰੀ ਉਹ ਵੀ ਬੈਠੀ। ਵੀਰੇ ਪੈਸੇ ਲੈ ਕੇ ਗਈ ਆ। ਚਲੋ ਉਹ ਵੀ ਕਮਿਸ਼ਨ ਸਾਰਿਆਂ ਦਾ ਸਰਕਾਰੀ ਕੀਤਾ ਹੁੰਦਾ ਨਹੀਂ ਕੀਤਾ ਹੁੰਦਾ ਉਹਦੇ ਬਾਰੇ ਸਾਨੂੰ ਤਾਂ ਨੌਲੇਜ ਨਹੀਂ, ਆਪਾਂ ਇਹਨਾਂ ਕੰਮਾਂ 'ਚ ਹੈ ਨਹੀਂ। ਪਰ ਇਹ ਆਂਟੀ ਕਹਿ ਰਹੇ ਵੀ ਜਦੋਂ ਇਹਨਾਂ ਨੇ ਪੈਸੇ ਅੰਦਰ ਵੜ ਕੇ ਦਿੱਤੇ ਆ ਅਸੀਂ ਦੇਖੇ ਆ। ਤੇ ਇਹਨਾਂ ਨੇ ਸਰੇਆਮ ਉਹਦੇ ਹੱਥ 'ਚ 5000 ਅਸੀਂ ਰੁਪਏ ਦੇਖਿਆ ਫੜਾਇਆ। ਸਾਡੇ ਇਹਨੇ 5000 ਫੜਾਇਆ ਮੈਡਮ ਨੂੰ ਹੱਥੀ। ਹਾਂ ਇਹਨਾਂ ਨੇ ਮਤਲਬ ਫਿਰ ਉਹ ਸ਼ਰਮ ਵੀ ਹੋਈ ਆ। ਨਹੀਂ ਸਾਨੂੰ ਤਾਂ ਵੀਰੇ ਤਾਂ ਵੀਰੇ ਸਰਕਾਰੀ ਚ ਸੀ, ਸਾਨੂੰ ਸਰਕਾਰੀ ਚ ਉਹਨੇ ਮੈਂ ਸਾਰੀਆਂ ਸਰਕਾਰੀ ਰਿਪੋਰਟਾਂ ਕਰ ਦੇਖ ਕੇ ਲੈਂਦੇ। ਕਹਿੰਦੀ ਹੈ ਕਿ ਮੈਂ ਨਾਰਮਲ ਕੇਸ ਕਰੂੰਗਾ ਜੀ, ਮੇਰੇ ਕੋਲ ਲੈ ਕੇ ਆਜੋ। ਸਾਨੂੰ ਸਰਕਾਰੀ ਚ ਅਸੀਂ ਉੱਥੇ ਗਏ ਆ। ਠੀਕ ਹੈ ਜੀ। ਸਾਨੂੰ ਭਾਵਿਕ ਕਰਕੇ ਮੌਕੇ ਇੱਥੇ ਤੇ ਲਿਆਂਦਾ ਗਿਆ। ਗੱਲਬਾਤ ਕਰਕੇ ਲੈ ਕੇ ਹਾਲਾਂਕਿ ਆਈਏ ਅਸੀਂ ਇਹ ਗੱਲ ਕਹਿ ਦੇਣੀ ਚਾਹੁੰਦਾ ਮੈਂ ਡਾਇਰੈਕਟ ਵੀ ਸਿਟੀ ਹਸਪਤਾਲ ਵਾਲੇ ਜਿਹੜੇ ਹੈਗੇ ਆ ਇਹ ਬੁੱਚੜਖਾਨਾ ਬਣਾਈ ਬੈਠੇ ਆ ਬਾਈ ਜੀ। ਇਹ ਤੋਂ ਸਾਰੇ ਗਰੇਜ ਕਰੋ, ਠੀਕ ਆ ਨਾ। ਅੱਛਾ ਇਹਨਾਂ ਦਾ ਕਮਿਸ਼ਨ ਕੀਤਾ ਹੋਇਆ, ਇਹਨਾਂ ਦਾ ਇਹ ਨਹੀਂ ਪਤਾ ਵੀ ਲੋਕਲ ਡਾਕਟਰਾਂ ਦੇ ਨਾਲ ਜਾਂ ਨਰਸਾਂ ਦੇ ਨਾਲ ਜਾਂ ਆਸ਼ਾ ਵਰਕਰਾਂ ਦੇ ਨਾਲ ਕਮਿਸ਼ਨ ਕੀਤਾ ਹੋਇਆ। ਇਹ ਜੇ ਬੁੱਚੜਖਾਨੇ ਦਾ ਤਾਂ ਇਹ ਨਹੀਂ ਪਤਾ ਵੀ ਇਹ ਨਾਰਮਲ ਬੰਦਿਆਂ ਬੁੜੀਆਂ ਦੇ ਨਾਲ ਹੀ ਆਪਦੇ ਮਤਲਬ ਬਣਾਈ ਬੈਠੇ ਹੁਣ ਸੰਬੰਧ ਵੀ ਤੁਸੀਂ ਲੈ ਕੇ ਆਓ। ਤੁਸੀਂ ਬਾਈ ਜੀ ਤੁਹਾਨੂੰ ਮੈਂ ਅੰਦਰ ਬਿਲਡਿੰਗ ਵਗੈਰਾ ਦਿਖਾ ਦੇਣਾ। ਇਹ ਆਂਟੀ ਨਾ ਸ਼ਾਮ ਨੂੰ ਕੰਬਲ ਵਿਛਾ ਕੇ ਅਸੀਂ ਥੱਲੇ ਪਈ ਸੀ। ਸਾਡੇ ਇੰਨੇ ਪੈਸੇ ਭਰਾਏ ਮੈਂ ਜਵਾਕ ਲੈ ਕੇ ਥੱਲੇ ਹੁਣ ਤੁਸੀਂ ਕਿਸੇ ਵੀ ਮਰਜ਼ੀ ਪ੍ਰਾਈਵੇਟ ਦੇ ਕਈ ਬੱਚੇ ਤੁਹਾਡੇ ਨਾਲ ਥੱਲੇ ਪਏ ਸੀ ਫਰਸ਼ ਤੇ। ਹਾਂ ਫਰਸ਼ ਤੇ ਪਿਆ ਸੀ ਬੱਚਾ ਸਾਡੇ ਨਾਲ। ਬੱਚਾ ਵੀ ਥੱਲੇ ਪਿਆ ਸੀ ਉਸ ਹਾਂ ਤੇ ਟਾਈਮ। ਟੁੱਟਿਆ ਬੈੱਡ ਜਾ ਕੇ ਦੇਖੋ ਸਿਰੇ ਤੇ ਪਿਆ ਜਿੱਥੇ ਮੇਰੀ ਪਹਿਲਾਂ ਤਾਂ ਪਾਈ ਆ। ਥੱਲੇ ਬਾਈ ਜੀ ਕੰਬਲ ਵਿਛਾ ਕੇ ਪਿਆ, ਕੱਲਾ ਕੰਬਲ ਵਿਛਾ ਕੇ। ਜਦੋਂ ਸਾਡੇ ਇੱਕ ਮਤਲਬ ਲੇਡੀ ਹੋਰ ਸੀ ਉਹਨੇ ਜਾ ਕੇ ਇੱਥੇ ਮਤਲਬ ਇਹਨਾਂ ਨੂੰ ਕਿਹਾ, ਫਿਰ ਇਹਨਾਂ ਨੂੰ ਮੇਰੇ ਖਿਆਲ 'ਚ ਸ਼ਾਇਦ ਗੱਦੇ ਦਿੱਤਾ। ਇੱਕ ਵੱਡੀ ਅਣਗਹਿਲੀ ਨਵਾਂ ਜੰਮਿਆ ਬੱਚਾ ਹੈ, ਕੋਈ ਇਨਫੈਕਸ਼ਨ ਹੋ ਜਾਂਦੀ ਹੈ, ਨੀਚੇ ਪਿਆ ਹੈ ਬੱਚਾ। COVID-19 ਦਾ ਫਿਰ ਬਾਈ ਜੀ ਪੜਾ ਦੇਣਾ ਹੈਗਾ ਮੈਂ ਇੱਥੇ ਹੈਗੀ ਅਨਪੜਾ ਚੱਲ ਇਹ ਤਾਂ ਵਿਚਾਰੇ ਪੜੇ ਲਿਖੇ ਵਿਚਾਰੇ ਇਹ ਵੀ ਦੁਆਰੋਂ ਦੂਰੋਂ ਆਉਂਦੇ ਆਗੇ। ਤੁਸੀਂ ਇਹ ਦੇਖੋ ਵੀ ਦਿੱਲੀ ਦੇ ਵਿੱਚ ਸਕੂਲ ਬੰਦ ਹੋ ਚੁੱਕਿਆ, ਆਪਣੇ ਪੰਜਾਬ ਦੇ ਵਿੱਚ ਸਕੂਲ ਬੰਦ ਹੋਣ ਜਾ ਰਹੇ ਆ ਹਨਾ। ਪਰ COVID-19 ਦਾ ਮਤਲਬ ਦੌਰ ਚੱਲ ਰਿਹਾ। ਇਹ ਨਵ ਜੰਮੇ ਬੱਚੇ ਨੂੰ ਜਿਹਨੂੰ ਹਜੇ ਕਿ 5-4 ਘੰਟੇ ਹੀ ਜੰਮੇ ਨੂੰ ਹੋਏ ਸੀ, ਇੰਨੀ ਸੋਲ ਨਾਜ਼ੁਕ ਦੇ ਵਿੱਚ ਇਹਨਾਂ ਨੇ ਥੱਲੇ ਪੈਣ ਲਈ ਮਜਬੂਰ ਕਰ ਦਿੱਤਾ। ਫੀਸ ਫੁੱਲ ਲੈਤੀ ਆ, ਉਹਦੀ ਕੋਈ ਰਸੀਦ ਕੋਈ ਡੱਕਾ ਨਹੀਂ, ਇਹਨਾਂ ਕੋਲੇ ਪ੍ਰੂਫ ਨਹੀਂ ਹੈਗਾ। ਤੇ ਅੱਜ ਵੀ ਜਦੋਂ ਦਿਖਾਉਣ ਆਏ ਆ ਇਹਨਾਂ ਨੇ ਇਹ ਗੱਲ ਕਹੀ ਆ ਜਾਂ ਤਾਂ ਪੈਸੇ ਜਮ੍ਹਾਂ ਕਰਵਾਓ ਤੇ ਨਹੀਂ ਫਿਰ ਸਾਡੀ ਕੋਈ ਗਾਰੰਟੀ ਨਹੀਂ। ਤਾਂ ਹੁਣ ਪਰਿਵਾਰ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ ਕਿ ਜਦੋਂ ਡਿਲੀਵਰੀ ਹੁੰਦੀ ਹੈ ਬੱਚਾ ਥੱਲੇ ਪਿਆ ਹੋਇਆ ਸੀ ਆਪਣੀ ਨਾਨੀ ਦੇ ਨਾਲ, ਤੇ ਉਸ ਤੋਂ ਬਾਅਦ ਪਰਿਵਾਰ ਨੂੰ ਦਿਖਾਈ ਗਈ ਹੈ ਪਰਚੇਸ ਦੇ ਵਿੱਚ ਡਿਲੀਵਰੀ ਤੋਂ ਬਾਅਦ ਇਹਨਾਂ ਨੂੰ ਮਿਲਦੀ ਛੁੱਟੀ 28 ਤਰੀਕ ਨੂੰ, ਪਰ ਇੱਥੇ ਕਾਗਜ਼ ਤੇ 29 ਤਰੀਕ ਨੂੰ ਆ। ਹੁਣ ਗੱਲ ਕਰਦੇ ਹਾਂ ਜਾ ਕੇ ਡਾਕਟਰ ਸਾਹਿਬਾਂ ਨਾਲ ਕਿ ਉਹਨਾਂ ਦਾ ਕੀ ਕਹਿਣਾ ਇਹਨਾਂ ਇਲਜ਼ਾਮਾਂ ਦੇ ਬਾਰੇ। ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਸੀ ਡਾਕਟਰ ਆਸ਼ਾ ਦੇ ਉੱਪਰ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦੇ ਨਾਲ ਇਲਜ਼ਾਮਾਂ ਦੇ ਬਾਰੇ ਕੀ ਕਹਿਣਾ ਹੈ ਜੀ। ਪਹਿਲਾਂ ਤੁਹਾਡੇ ਉੱਪਰ ਇਲਜ਼ਾਮ ਲਗਾਇਆ ਪਰਿਵਾਰ ਦੇ ਵੱਲੋਂ ਕਿ ਚੰਗੀ ਤਰ੍ਹਾਂ ਕੇਅਰ ਨਹੀਂ ਕੀਤੀ ਗਈ, ਕੀ ਹੈ ਪੂਰਾ ਮਾਮਲਾ ਦੱਸੋ ਸਾਨੂੰ। ਦੇਖੋ ਪੇਸ਼ੈਂਟ ਸਾਡੇ ਕੋਲ 27 ਅਪ੍ਰੈਲ ਨੂੰ ਐਡਮਿਟ ਹੋਇਆ ਸੀ। ਪੇਸ਼ੈਂਟ ਦੀ ਨਾਰਮਲ ਡਿਲੀਵਰੀ ਨਹੀਂ ਹੋ ਰਹੀ ਸੀ। ਪਹਿਲਾਂ ਪੇਸ਼ੈਂਟ ਸਰਕਾਰੀ 'ਚ ਐਡਮਿਟ ਸੀ, ਫਿਰ ਉਸ ਤੋਂ ਬਾਅਦ ਇਹ ਕਿਸੇ ਕੋਲ ਚਲੇ ਗਏ ਸੀਗੇ, ਫਿਰ ਇਹਨਾਂ ਦਾ ਨਾਰਮਲ ਹੋਇਆ ਨਹੀਂ ਸੀਗਾ। ਤਾਂ ਮੇਰੇ ਕੋਲ ਆਏ ਸੀਗੇ ਤੇ ਸਿਜ਼ੇਰੀਅਨ ਕਰਤਾ ਸੀ, ਐਮਰਜੈਂਸੀ ਸਿਜ਼ੇਰੀਅਨ। ਤੇ ਉਸ ਤੋਂ ਬਾਅਦ ਪੇਸ਼ੈਂਟ ਨੂੰ ਮਤਲਬ ਸ਼ਿਫਟ ਕਰਤਾ ਬਾਹਰ, ਪੇਸ਼ੈਂਟ ਦੀ ਪ੍ਰੋਪਰ ਕੇਅਰ ਕੀਤੀ ਹੈਗੀ ਆ। ਪੇਸ਼ੈਂਟ ਨੂੰ ਖਾਣਾ ਪੀਣਾ ਸ਼ੁਰੂ ਕਰਤਾ ਸੀ 6 ਘੰਟਿਆਂ ਬਾਅਦ। ਤੇ ਪੇਸ਼ੈਂਟ ਜਦੋਂ ਫਿਰ ਪੇਸ਼ੈਂਟ ਦੀ ਛੁੱਟੀ ਕਰਤੀ, ਜੋ ਪੇਸ਼ੈਂਟ ਦੇ ਰਿਲੇਟਿਵਸ ਹੈ ਉਹਨਾਂ ਦੀ ਸਹਿਮਤੀ ਦੇ ਨਾਲ ਹੀ ਅਸੀਂ ਛੁੱਟੀ ਕੀਤੀ ਹੈ। ਤੇ ਪੇਸ਼ੈਂਟ ਨੇ ਦਲੀਆ ਖਿਚੜੀ ਵਗੈਰਾ ਵੀ ਖਾਦਾ ਹੈ, ਔਰਲੀ ਲਿੰਦੀ ਪਈ ਸੀ ਪੇਸ਼ੈਂਟ, ਪਾਣੀ ਚਾय ਸਭ ਕੁਝ ਲਿੱਤਾ ਹੈ ਪੇਸ਼ੈਂਟ ਨੇ। ਤੇ ਉਸ ਤੋਂ ਬਾਅਦ ਪੇਸ਼ੈਂਟ ਆਪਣੇ ਆਪ ਤੁਰ ਕੇ ਮਤਲਬ ਯੂਰਿਨ ਵਗੈਰਾ ਵੀ ਪਾਸ ਕਰਕੇ ਪੇਸ਼ੈਂਟ ਆਪਣੇ ਆਪ ਉੱਠ ਕੇ ਬੈੱਡ ਤੋਂ ਛੁੱਟੀ ਲੈ ਕੇ ਗਏ ਹੈਗੇ, ਠੀਕ ਹੈ। ਤੇ ਪੇਸ਼ੈਂਟ ਜਦੋਂ ਵੀ ਅਸੀਂ ਭੇਜਦੇ ਹਾਂ, ਪੇਸ਼ੈਂਟ ਜਦੋਂ ਜਮਾ ਸਟੇਬਲ ਹੁੰਦਾ ਹੈ ਅਸੀਂ ਫੇਰ ਹੀ ਭੇਜਦੇ ਹਾਂ। ਅਸੀਂ ਆਪਣੀ ਆਈ ਨਹੀਂ ਭੇਜਦੇ ਕਿ ਹਾਂ ਪੇਸ਼ੈਂਟ ਨੂੰ ਜਾ ਕੇ ਕੋਈ ਪ੍ਰੋਬਲਮ ਆ ਜਾਏ, ਉਹ ਤਾਂ ਅਸੀਂ ਆਪ ਹੀ ਨਹੀਂ ਭੇਜਦੇ ਪੇਸ਼ੈਂਟ ਨੂੰ ਕੋਈ ਦਿੱਕਤ ਆਣੀ, ਕਿਉਂਕਿ ਦੇਖੋ ਪੇਸ਼ੈਂਟ ਸਾਡੇ ਕੋਲ ਹੀ ਦੁਬਾਰਾ ਆਣਾ ਹੈ ਨਾ। ਤੇ ਹੁਣ ਇਹਨੂੰ 2 ਦਿਨ ਕੇ ਬਾਅਦ ਪੇਸ਼ੈਂਟ ਨੂੰ ਅੱਜ ਉਲਟੀਆਂ ਲੱਗੀਆਂ ਹੈਗੀਆਂ, ਤਾਂ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਐਡਮਿਟ ਹੋ ਜਾਓ ਤੇ ਡ੍ਰਿਪ ਵਗੈਰਾ ਲਗਾ ਦਿੰਨੇ ਆ, ਇੰਜੈਕਸ਼ਨਸ ਵਗੈਰਾ ਲਗਾ ਦਿੰਨੇ ਆ। ਇਹ ਕਹਿੰਦੇ ਮੈਡਮ ਤੁਸੀਂ ਗੋਲੀ ਦੇ ਦਿਓ ਸਾਨੂੰ। ਮੈਂ ਕਿਹਾ ਦੇਖੋ ਗੋਲੀਆਂ ਤਾਂ ਤੁਸੀਂ ਲਈ ਜਾਂਦੇ ਹੋ, ਗੋਲੀਆਂ ਨਾਲ ਤਾਂ ਇਹ ਹੁੰਦਾ ਉਲਟੀਆਂ ਦੇ ਦੌਰਾਨ ਤੁਸੀਂ ਗੋਲੀ ਲਾਓਗੇ ਉਹ ਵੀ ਉਲਟੀ ਹੋ ਜੂਗੀ, ਤੇ ਇਸ ਕਰਕੇ ਗੋਲੀਆਂ ਤਾਂ ਪਚਣੀਆਂ ਨਹੀਂ ਤੁਹਾਡੇ। ਜਦੋਂ ਵੀ ਮਰੀਜ਼ ਨੂੰ ਉਲਟੀਆਂ ਹੁੰਦੀਆਂ ਗੋਲੀਆਂ ਨਹੀਂ ਪਚਦੀਆਂ ਹੈਗੀਆਂ। ਕਹਿੰਦੇ ਨਹੀਂ ਮੈਡਮ ਸਾਨੂੰ ਤਾਂ ਕੋਈ ਗੋਲੀ ਦਿਓ। ਮੈਂ ਕਿਹਾ ਗੋਲੀ ਤਾਂ ਤੁਸੀਂ ਲਈ ਜਾਂਦੇ ਹੋ, ਇਸ ਤੋਂ ਵੱਧ ਤਾਂ ਕੋਈ ਗੋਲੀ ਹੈ ਨਹੀਂ ਹੈਗੀ, ਤੇ ਐਡਮਿਟ ਹੋ ਜਾਓ ਤੁਸੀਂ, ਡ੍ਰਿਪ ਵਗੈਰਾ ਲਗਾ ਕੇ ਇਲਾਜ ਕਰ ਦਾਂਗੇ। ਇਹ ਕਹਿੰਦੇ ਸਾਡੇ ਬਾਬੇ ਨੇ ਕਿਹਾ ਕਿ ਇਸ ਤੋਂ ਬਾਅਦ ਉਲਟੀ ਨਹੀਂ ਆਣੀ ਮਰੀਜ਼ ਨੂੰ, ਤੇ ਤੁਸੀਂ ਬਸ ਲੈ ਆਓ ਸਾਡਾ। ਉਹਨਾਂ ਨੇ ਕਿਸੇ ਬਾਬੇ ਦਾ ਜ਼ਿਕਰ ਕੀਤਾ ਵਿੱਚ। ਹਾਂਜੀ ਬਿਲਕੁਲ। ਤੇ ਮੈਂ ਕਿਹਾ ਦੇਖੋ ਅਸੀਂ ਫਿਰ ਧੱਕਾ ਤੱਕ ਕਿਵੇਂ ਕਰ ਸਕਦੇ ਹਾਂ, ਮਰੀਜ਼ ਨੂੰ ਤਾਂ ਸਮਝਾ ਹੀ ਸਕਦੇ ਹਾਂ। ਕਹਿੰਦੇ ਮੈਡਮ ਠੀਕ ਹੈ ਅਸੀਂ। ਮੈਂ ਕਿਹਾ ਤੁਸੀਂ ਕੋਈ ਗੱਲ ਨਹੀਂ, ਪੈਸਿਆਂ ਦੀ ਕੋਈ ਗੱਲ ਨਹੀਂ, ਅਗਰ ਤੁਸੀਂ ਪੈਸੇ ਬਾਰੇ ਵੀ ਸੋਚਦੇ ਪਏ ਹੋ ਕਿ ਤੁਸੀਂ ਸ਼ਾਮ ਨੂੰ ਦੇ ਦਿਓ, ਅਗਲੇ ਦਿਨ ਦੇ ਦਿਓ, ਕੋਈ ਦਿੱਕਤ ਨਹੀਂ, ਪੈਸੇ ਅਸੀਂ ਤੁਹਾਡੇ ਤੋਂ ਨਹੀਂ ਮੰਗਦੇ ਹੈਗੇ। ਜਦੋਂ ਮਰੀਜ਼ ਠੀਕ ਹੋਇਆ ਉਦੋਂ ਦੇਖੀ ਜਾਊਗੀ, ਪੈਸੇ ਦੀ ਕੋਈ ਗੱਲ ਹੀ ਨਹੀਂ। ਇਹ ਕਹਿਣਾ ਸੀ ਕਿ ਉਹ ਕਹਿੰਦੇ ਪਹਿਲਾਂ ਪੈਸੇ ਜਮ੍ਹਾਂ ਕਰਾਓ ਅਸੀਂ ਫੇਰ ਦਾਖਲ ਕਰਾਂਗੇ। ਨਹੀਂ ਜੀ ਅਸੀਂ ਬਿਲਕੁਲ ਨਹੀਂ ਕਿਹਾ ਐਵੇਂ, ਅਸੀਂ ਕਿਸੇ ਮਰੀਜ਼ ਨੂੰ ਵੀ ਐਵੇਂ ਨਹੀਂ ਕਹਿੰਦੇ ਹੈਗੇ।
ਜੀ ਉਸ ਤੋਂ ਬਾਅਦ ਪਰਿਵਾਰ ਦੇ ਇਲਜ਼ਾਮ ਹੈ ਕਿ ਸਾਨੂੰ ਛੁੱਟੀ ਮਿਲਦੀ ਆ 28 ਤਰੀਕ ਨੂੰ, ਪਰ ਪਰਚੀ ਦੇ ਉੱਪਰ 29 ਤਰੀਕ ਲਿਖੀ ਹੋਈ ਆ। ਦੇਖੋ ਬਾਈ ਮਿਸਟੇਕ ਹੋ ਸਕਦਾ, ਬਟ ਪੇਸ਼ੈਂਟ ਨੂੰ ਅਸੀਂ ਜੋ ਭੇਜਿਆ ਹੈਗਾ ਬਿਲਕੁਲ ਨਾਰਮਲ ਕੰਡੀਸ਼ਨ 'ਚ ਤੁਰਦੇ ਫਿਰਦੇ ਖਾਂਦੇ ਪੀਂਦੇ ਬਿਲਕੁਲ ਸਟੇਬਲ ਕੰਡੀਸ਼ਨ 'ਚ ਭੇਜੇ। ਤਾਂ ਤੁਸੀਂ ਮੰਨਦੇ ਹੋ ਕਿ ਤੁਹਾਡੀ ਗਲਤੀ ਹੈ 29 ਤਰੀਕ ਲਿਖਣ ਵਾਲੀ? ਬਾਈ ਮਿਸਟੇਕ ਦੇਖੋ ਹਿਊਮਨ ਐਰਰ ਹੈ, ਇਹ ਤਾਂ ਕਿਸੇ ਤੋਂ ਵੀ ਲਿਖੀ ਗਈ ਡੇਟ ਉਹਦੇ 'ਚ ਤਾਂ ਕੋਈ ਖਾਸ ਗੱਲ ਨਹੀਂ। ਮਰੀਜ਼ ਬਿਲਕੁਲ ਠੀਕ ਹੈ, ਜਦੋਂ ਪੇਸ਼ੈਂਟ ਗਿਆ ਇੱਥੋਂ ਦੀ ਬਿਲਕੁਲ ਨਾਰਮਲ ਕੰਡੀਸ਼ਨ 'ਚ ਗਿਆ ਮਰੀਜ਼। ਤੁਹਾਡੇ ਸਟਾਫ ਦੀ ਗਲਤੀ ਤਾਂ ਹੈ, ਉਹ ਤਰੀਕ ਲਿਖੀ ਗਈ ਗਲਤ ਜੀ? ਨਹੀਂ ਦੇਖੋ ਇਹ ਕੋਈ ਮੈਟਰ ਨਹੀਂ ਕਰਦੀ, ਮੇਨ ਜੋ ਹੈਗਾ ਮਰੀਜ਼ ਮੈਟਰ ਕਰਦਾ ਹੈ, ਇਹ ਤਾਂ ਕਾਗਜ਼ੀ ਚੀਜ਼ਾਂ ਹੁੰਦੀਆਂ। ਤਾਂ ਕਈ ਵਾਰ ਕੱਲ ਨੂੰ ਸਬੂਤ ਦੇ ਕਾਗਜ਼ੀ ਬਣਦੇ ਨੇ ਮੈਮ। ਸਬੂਤ ਕੋਈ ਗੱਲ ਨਹੀਂ, ਇਹਦੇ ਵਿੱਚ ਗਲਤੀ ਇਹ ਕੋਈ ਖਾਸ ਗੱਲ ਨਹੀਂ ਹੈਗੀ। ਮਰੀਜ਼ ਠੀਕ ਹੋਣਾ ਚਾਹੀਦਾ ਆਪਣਾ, ਠੀਕ ਹੈ ਨਾ। ਉਸ ਤੋਂ ਬਾਅਦ ਪਰਿਵਾਰ ਦਾ ਕਹਿੰਦਾ ਸਾਡੇ ਅਸੀਂ ਪੈਸੇ ਦਿੱਤੇ ਗਏ 23,000 ਰੁਪਿਆ, ਤਾਂ ਉਹਦੇ ਨੂੰ ਕੋਈ ਸਲਿੱਪ ਨਹੀਂ ਦਿੱਤੀ ਕਿ 23-24 ਰੁਪਏ ਉਹਨਾਂ ਨੇ ਉਹਦੀ ਕੋਈ ਸਲਿੱਪ ਨਹੀਂ ਇਹਨਾਂ ਨੇ ਦਿੱਤੀ। ਕੋਈ ਡਿਮਾਂਡ ਨਹੀਂ ਕੀਤੀ ਸਲਿੱਪ ਦੀ, ਅਸੀਂ ਦੇ ਦਿੰਨੇ ਆ, ਕੋਈ ਦਿੱਕਤ ਨਹੀਂ। ਠੀਕ ਹੈ ਜੀ। ਤੇ ਉਹਦਾ ਕਿਹਾ ਕੋਈ ਨਾਲ ਆਇਆ ਸੀ 5,000 ਰੁਪਏ ਉਹਨੂੰ ਦਿੱਤਾ ਤੁਸੀਂ? ਨਹੀਂ ਅਸੀਂ ਕਿਸੇ ਨੂੰ ਕੋਈ ਇਨਸੈਂਟਿਵ ਨਹੀਂ ਕੋਈ ਦਿੰਦੇ, ਰੈਫਰੈਂਸ ਲੈ ਕੇ ਆਏ ਸੀ ਕਿਸ ਦਾ? ਰੈਫਰੈਂਸ ਕਿਸੇ ਨੂੰ ਕੁਝ ਨਹੀਂ ਦਿੰਦੇ। ਠੀਕ ਹੈ, ਤਾਂ ਇਹ ਤੋਂ ਅਸੀਂ ਹੁਣ ਠੀਕ ਕਰੋਗੇ, ਇੱਥੇ ਕੀ ਤਰੀਕ 28 ਕਰ ਦੋਗੇ ਤੁਸੀਂ? ਹਾਂਜੀ ਕਰ ਦਿੰਦੇ। ਤਾਂ ਉਸਦਾ ਪਰਿਵਾਰ ਦਾ ਇਹ ਵੀ ਕਹਿਣਾ ਸੀ ਕਿ ਸਾਡੇ ਜੋ ਡਿਲੀਵਰੀ ਹੋਈ ਆ ਉਹਦੀ ਬੱਚੇ ਦੀ ਨਾਨੀ ਨੂੰ ਨਾਲ ਲੈ ਕੇ ਥੱਲੇ ਪਈ ਰਹੀ, ਕੋਈ ਬੈੱਡ ਨਹੀਂ ਮਿਲਿਆ ਉਹਨਾਂ ਨੂੰ ਪੈਣ ਦੇ ਲਈ। ਦੇਖੋ ਅਸੀਂ ਮਰੀਜ਼ ਨੂੰ ਪੇਸ਼ੈਂਟ ਨੂੰ ਦਿੰਦੇ ਆ ਬੈੱਡ, ਨਾਲ ਵਾਲਿਆਂ ਲਈ ਅਸੀਂ ਨਹੀਂ, ਕਿਸੇ ਵੀ ਹਸਪੀਟਲ ਵਿੱਚ ਨਹੀਂ ਮਿਲਦਾ ਹੈਗਾ। ਪਰ ਉਹ ਕਹਿੰਦੇ ਨਵ ਜੰਮਿਆ ਬੱਚਾ ਵੀ ਨਾਨੀ ਦੇ ਨਾਲ ਥੱਲੇ ਪਿਆ ਹੋਇਆ ਸੀ, ਜੇ ਇਨਫੈਕਸ਼ਨ ਹੋ ਜਾਂਦੀ ਤਾਂ ਉਸਦੇ ਪਰਿਵਾਰ ਦੇ ਇਲਜ਼ਾਮ ਲਗਾ ਰਹੇ ਜੋ। ਨਹੀਂ ਜੀ ਉਹ ਗਲਤ ਇਲਜ਼ਾਮ ਲਗਾ ਰਹੇ। ਸੀਸੀਟੀਵੀ ਫੁਟੇਜ ਹੈਗੀ ਉਹਦੀ ਜੀ? ਹਾਂਜੀ ਸੀਸੀਟੀਵੀ ਫੁਟੇਜ ਉਸ ਰੂਮ ਦੀ? ਸੀਸੀਟੀਵੀ ਫੁਟੇਜ ਤਾਂ ਦੇਖੋ ਦੇਖ ਲੈਂਦੇ ਆ ਕੱਢ ਕੇ। ਹਾਂ, ਤਾਂ ਪਰਿਵਾਰ ਇਹ ਇਲਜ਼ਾਮ ਲਗਾ ਰਿਹਾ ਕਿ ਮੈਂ ਥੱਲੇ ਪਿਆ ਸੀ ਬੱਚੇ ਨੂੰ ਲੈ ਕੇ। ਦੇਖੋ ਹੁਣ ਤੁਸੀਂ ਦੇਖੋ ਪੇਸ਼ੈਂਟ ਨੂੰ ਤਾਂ ਕਿਹਾ ਸੀ ਅੱਜ ਐਡਮਿਟ ਹੋ ਜਾਓ ਤੁਸੀਂ, ਉਹ ਐਕਚੁਅਲੀ ਉਹਨਾਂ ਦਾ ਮਕਸਦ ਸ਼ਾਇਦ ਕੁਝ ਹੋਰ ਹੀ ਲੱਗਦਾ ਪਿਆ ਹੈ, ਠੀਕ ਹੈ ਨਾ। ਉਹ ਤਾਂ ਜੋ ਡਾਕਟਰ ਦੇਖੋ ਜਿਸ ਪ੍ਰੋਬਲਮ ਨਾਲ ਪੇਸ਼ੈਂਟ ਆਇਆ ਹੈ ਅਸੀਂ ਉਸ ਦਾ ਇਲਾਜ ਕਰਨ ਲਈ ਤਿਆਰ ਹੈ। ਪੇਸ਼ੈਂਟ ਜੋ ਹੈਗਾ ਉਹਨਾਂ ਦਾ ਮਕਸਦ ਕੋਈ ਹੋਰ ਹੈ, ਉਹ ਸਾਡੀ ਗੱਲ ਤਾਂ ਸੁਣਦੇ ਹੀ ਨਹੀਂ ਪਏ ਹੈਗੇ। ਅਸੀਂ ਉਹਨਾਂ ਨੂੰ ਕਿਹਾ ਐਡਮਿਟ ਹੋ ਕੇ ਲਾ, ਹੁਣ ਕਿਸੇ ਦੇ ਕਹਿਣ ਤੇ ਪਰਿਵਾਰ ਚੱਲ ਰਿਹਾ ਹੈ। ਹੋ ਸਕਦਾ ਜੀ। ਤਾਂ ਉਸਦੇ ਪਰਿਵਾਰ ਨਾਲ ਅਸੀਂ ਆਏ, ਸਾਡੇ ਨਾਲ ਡਾਕਟਰ ਸਾਹਿਬਾਂ ਨੇ ਦੁਰਵਿਹਾਰ ਕੀਤਾ, ਕਹਿੰਦੇ ਪਹਿਲਾਂ ਪੈਸੇ ਭਰੋ ਅਸੀਂ ਫਿਰ ਦਾਖਲ ਕਰਾਂਗੇ, ਕੋਈ ਚੈੱਕ ਨਹੀਂ ਕੀਤਾ। ਅਸੀਂ ਕਿਸੇ ਮਰੀਜ਼ ਨਾਲ ਕੋਈ ਦੁਰਵਿਵਹਾਰ ਨਹੀਂ ਕਰਦੇ, ਅਸੀਂ ਦੁਰਵਿਵਹਾਰ ਕਰਦੇ ਹੁੰਦੇ ਤਾਂ ਸਾਡਾ ਹਸਪੀਟਲ ਥੋੜਾ ਹੀ ਨਾ ਚੱਲਦਾ, ਠੀਕ ਹੈ ਨਾ। ਫਿਰ ਤਾਂ ਸਾਰੇ ਦਿਨ ਸਾਡੇ ਤੁਸੀਂ ਫਿਰਦੇ ਰਹਿੰਦੇ, ਜੀ ਠੀਕ ਹੈ ਨਾ। ਸੀਸੀਟੀਵੀ ਫੁਟੇਜ ਚੈੱਕ ਕਰਦੇ ਆ ਕਿ ਪਰਿਵਾਰ ਦੇ ਇਲਜ਼ਾਮ ਸੀ ਕਿ ਜੋ ਨਾਨੀ ਆ ਬੱਚੇ ਦੀ ਉਹਨੂੰ ਲੈ ਕੇ ਥੱਲੇ ਪਏ ਸੀ। ਚੈੱਕ ਕਰਦੇ ਆ ਆਪਾਂ ਸੀਸੀਟੀਵੀ ਫੁਟੇਜ ਕਿ ਇਹਦੇ ਵਿੱਚ ਕੀ ਅਸੀਂ ਚੈੱਕ ਕਰ ਰਹੇ ਆ, ਪਰ ਇਸ ਦੇ ਵਿੱਚ ਕੋਈ ਵੀ ਰਿਕਾਰਡ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਇਸ ਸਮੇਂ ਦਿਖਾ ਰਿਹਾ ਹੈ ਕਿ ਪਲੇਬੈਕ ਫੇਲਡ, ਨੋ ਮੈਚ ਰਿਕਾਰਡ ਫਾਈਲ। ਇਸ ਸਮੇਂ ਉਸ ਤਰੀਕ ਦੀ 27 ਤਰੀਕ ਦੀ ਕੋਈ ਵੀ ਫੁਟੇਜ ਨਹੀਂ, ਕਿਉਂਕਿ ਪਰਿਵਾਰ ਦੇ ਇਲਜ਼ਾਮ ਸੀ ਕਿ ਉਹ ਬੱਚੇ ਦੀ ਜੋ ਨਾਨੀ ਉਹ ਬੱਚੇ ਨੂੰ ਲੈ ਕੇ ਨਵਜੰਮੇ ਬੱਚੇ ਨੂੰ ਲੈ ਕੇ ਥੱਲੇ ਪਈ ਸੀ, ਪਰ ਰਿਕਾਰਡ ਨਹੀਂ। ਮੈਡਮ ਕੀ ਲੱਗਦਾ ਹੈ ਤੁਹਾਡੇ ਕੈਮਰਾ ਰਿਕਾਰਡ ਨਹੀਂ ਹੈ? ਨਹੀਂ ਜੀ ਦੇਖੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਅਸੀਂ ਕੋਈ ਪੇਸ਼ੈਂਟ ਨੂੰ ਨਹੀਂ ਕਹਿੰਦੇ ਤੁਸੀਂ ਨੀਚੇ, ਹਾਂ ਪੇਸ਼ੈਂਟ ਨੂੰ ਜ਼ਰੂਰ ਅਸੀਂ ਬੈੱਡ ਦਿੰਨੇ ਆ, ਬਟ ਨਾਲ ਦੇ ਨੂੰ ਨਹੀਂ ਅਸੀਂ ਦਿੰਦੇ ਹੈਗੇ। ਪਰ ਤੁਹਾਡੇ ਕੈਮਰਾ ਰਿਕਾਰਡ ਨਹੀਂ, ਮੈਚ ਦੇ ਤਾਂ ਹਜੇ 3 ਦਿਨ ਪੁਰਾਣੀ ਗੱਲ ਹੈ, ਜੇ ਮਹੀਨਾ ਤਾਂ ਮੰਨ ਸਕਦੇ ਆ, 3 ਦਿਨ ਪੁਰਾਣਾ ਤੁਹਾਡੇ ਕੋਲ ਰਿਕਾਰਡ ਵੀ ਨਹੀਂ। ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਜੀ। ਤਾਂ ਉਹੀ ਪੁੱਛ ਰਹੇ ਅਸੀਂ ਰਿਕਾਰਡ ਕਿਉਂ ਨਹੀਂ ਹੈ ਜੀ 3 ਦਿਨਾਂ ਦਾ ਪੁਰਾਣਾ ਰਿਕਾਰਡ? ਦੇਖੋ ਸਾਹਮਣੇ ਹੀ ਹੈ ਤੁਹਾਡੇ, ਹੈ ਨਹੀਂ ਹੈਗਾ ਇਹਨੇ। ਉਹ ਤਾਂ ਸਾਡੇ ਸਾਹਮਣੇ ਪਤਾ ਲੱਗ ਗਿਆ ਕਿ ਤੁਹਾਡੇ ਕੋਲ ਰਿਕਾਰਡ ਹੈ ਨਹੀਂ, ਪਰ ਕਿਉਂ ਰਿਕਾਰਡ ਹੈ ਨਹੀਂ? 3 ਦਿਨ ਦਾ ਪੁਰਾਣਾ ਰਿਕਾਰਡ ਹੈ ਨਹੀਂ ਜੀ। ਤਾਂ ਸਵਾਲ ਤਾਂ ਖੜੇ ਹੋ ਰਹੇ ਨੇ, ਤੁਹਾਡੇ ਕੋਲ ਰਿਕਾਰਡ ਹੀ ਹੈ ਨਹੀਂ 3 ਦਿਨ ਦਾ ਪੁਰਾਣਾ। ਜਾਂ ਮਹੀਨਾ ਪੁਰਾਣਾ ਹੋਵੇ ਤਾਂ ਕਹਿ ਸਕਦੇ ਆਪਾਂ ਮੈਡਮ। ਤਾਂ ਚਲੋ ਠੀਕ ਹੈ ਰਿਕਾਰਡ ਨਹੀਂਗਾ, ਬਟ ਇਹ ਕੋਈ ਮੇਨ ਜੋ ਪ੍ਰੋਬਲਮ ਹੈ ਪੇਸ਼ੈਂਟ ਬਿਲਕੁਲ ਠੀਕ ਠਾਕ ਹੈ, ਇਸ ਨਾਲ ਕੋਈ ਇਸ ਚੀਜ਼ ਦਾ ਕੋਈ ਵੀ ਰਿਲੇਸ਼ਨ ਨਹੀਂ ਹੈਗਾ। ਹਾਂ, ਤਾਂ ਇੱਕ ਕੀ ਜੇਕਰ ਵੱਡਾ ਆਪਰੇਸ਼ਨ ਹੁੰਦਾ ਤਾਂ 2 ਦਿਨ 1 ਦਿਨ ਬਾਅਦ ਛੁੱਟੀ ਮਿਲ ਜਾਂਦੀ ਆ? ਬਿਲਕੁਲ ਜੀ। ਹਰੇਕ ਕੇਸ ਦੇ ਵਿੱਚ ਇਦਾਂ ਹੁੰਦਾ ਹੈ? ਨਹੀਂ ਅਸੀਂ ਜਦੋਂ ਪੇਸ਼ੈਂਟ ਸਟੇਬਲ ਹੈ ਤਾਂ ਅਸੀਂ ਦੇ ਸਕਦੇ ਹਾਂ ਛੁੱਟੀ। ਤਾਂ ਅਗਰ 24 ਘੰਟੇ ਤੱਕ ਛੁੱਟੀ ਮਿਲ ਜਾਂਦੀ ਆ? ਬਿਲਕੁਲ ਜੀ। ਠੀਕ ਹੈ। ਜਦੋਂ ਪੇਸ਼ੈਂਟ ਬਿਲਕੁਲ ਠੀਕ ਠਾਕ ਹੈ, ਪੇਸ਼ੈਂਟ ਬਿਲਕੁਲ ਸਟੇਬਲ ਕੰਡੀਸ਼ਨ 'ਚ ਹੈ, ਅਸੀਂ ਦੇ ਸਕਦੇ ਹਾਂ ਛੁੱਟੀ। ਫਿਰ ਇਸ ਤੋਂ ਬਾਅਦ ਆਪਦੇ ਕੈਮਰੇ ਰਿਪੇਅਰ ਕਰਾਉਂਗੇ ਕਿ ਇਸ ਵਾਰ ਤੁਹਾਡਾ ਰਿਕਾਰਡ ਸਿਰ 3 ਦਿਨ ਪੁਰਾਣਾ ਰਿਕਾਰਡ ਹੀ ਹੈ ਨਹੀਂ? ਕੋਈ ਗੱਲ ਨਹੀਂ, ਇਹ ਦੇਖ ਲਾਂਗੇ, ਕੋਈ ਗੱਲ ਨਹੀਂ, ਮੈਂ ਚੈੱਕ ਨਹੀਂ ਕੀਤਾ ਹੈਗਾ, ਸਾਨੂੰ ਕਿਤੇ ਲੋੜ ਨਹੀਂ ਪਈ ਹੈਗੀ, ਕੋਈ ਗੱਲ ਨਹੀਂ, ਇਹ ਕਰਵਾ ਲਾਂਗੇ। ਤਾਂ ਅਸੀਂ ਚੈੱਕ ਕੀਤੇ ਹੈ ਕੈਮਰੇ ਦੇ ਵਿੱਚ 3 ਦਿਨ ਦਾ ਪੁਰਾਣਾ ਰਿਕਾਰਡ ਵੀ ਨਹੀਂ। ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜੇਕਰ ਵੱਡੀ ਡਿਲੀਵਰੀ ਹੁੰਦੀ ਹੈ ਤਾਂ ਫਿਰ ਵੀ 24 ਘੰਟਿਆਂ ਬਾਅਦ ਛੁੱਟੀ ਮਿਲ ਜਾਂਦੀ ਹੈ, ਤੇ ਕਹਿਣ ਤੋਂ ਬਾਅਦ ਤਰੀਕ ਵੀ ਚੇਂਜ ਕੀਤੀ ਆ। ਤੇ ਹੁਣ ਗੱਲ ਕਰਦੇ ਹਾਂ ਡਾਕਟਰ ਸਾਹਿਬਾਂ ਦੇ ਨਾਲ ਉਹ ਪੇਮੈਂਟ ਪਰਚੀ ਨੂੰ ਲੈ ਕੇ। ਤੁਹਾਡਾ ਕੋਈ ਹੱਕ ਨਹੀਂ ਸੀ ਜਾਂ ਤੁਹਾਡਾ ਕੋਈ ਅਧਿਕਾਰ ਨਹੀਂ ਇਹਨੂੰ ਪਰਚੀ ਦੇਣ ਜੋ ਪਰਿਵਾਰ ਨੇ ਬਿੱਲ ਪੇ ਕੀਤਾ ਹੈ ਜੀ? ਨਹੀਂ ਪੇਸ਼ੈਂਟ ਅਗਰ ਸਾਡੇ ਤੋਂ ਮੰਗਦੇ ਆ ਤਾਂ ਅਸੀਂ ਪ੍ਰੋਵਾਈਡ ਕਰਦੇ ਹਾਂ। ਤੇ ਜੇਕਰ ਪਰਿਵਾਰ ਬਿੱਲ ਨਹੀਂ ਮੰਗਦਾ, ਤੁਸੀਂ ਬਿੱਲ ਨਹੀਂ ਦਿੰਦੇ, ਕੋਈ ਵੀ ਪੇਸ਼ੈਂਟ ਹੋਵੇ, ਐਨੀਵਨ? ਨਹੀਂ ਦਿੰਨੇ ਆ ਅਸੀਂ। ਤੇ ਫਿਰ ਇਹਨਾਂ ਨੇ ਕਿਉਂ ਨਹੀਂ ਦਿੱਤਾ ਜੀ? ਮਿਸ ਹੋ ਗਿਆ ਹੋਣਾ ਇਹਨਾਂ ਦਾ। ਤੁਹਾਡੇ 'ਚ ਮਿਸਟੇਕਸ ਬਹੁਤ ਹੋ ਰਹੀਆਂ, ਪਹਿਲਾਂ ਡੇਟ ਦੀ ਮਿਸਟੇਕ ਹੋ ਗਈ, ਫਿਰ ਰਿਕਾਰਡਿੰਗ ਹੈ ਨਹੀਂ, ਫਿਰ ਬਿੱਲ ਦੀ ਮਿਸਟੇਕ ਹੋ ਗਈ ਮੈਮ। ਦੇਖੋ ਪੇਸ਼ੈਂਟ ਦੇਖੋ ਜਿਸ ਕੰਡੀਸ਼ਨ ਨਾਲ ਆਇਆ ਪੇਸ਼ੈਂਟ, ਅੱਜ ਮੇਰੇ ਕੋਲ ਵੋਮਿਟਿੰਗ ਕਰਕੇ ਆਇਆ, ਮੈਂ ਉਹਨਾਂ ਨੂੰ ਕਿਹਾ ਕਿ ਐਡਮਿਟ ਹੋ ਜਾਓ ਤੁਸੀਂ, ਤੇ ਪੇਸ਼ੈਂਟ ਐਕਚੁਅਲੀ ਨਹੀਂ ਉਹ ਤਾਂ ਠੀਕ ਹੈ ਮੈਡਮ, ਪਰ ਤੁਹਾਡੇ 3 ਫੇਲੀਅਰ ਆ ਰਹੇ ਆ। ਇੱਕ ਤਾਂ ਡੇਟ ਵਾਲਾ ਸੀ, ਚਲੋ ਠੀਕ ਕਰਤਾ, ਤੁਹਾਡੇ ਕੋਲ ਰਿਕਾਰਡ ਵੀ ਹੈ ਨਹੀਂ। ਫਿਰ ਤੁਸੀਂ ਕਹਿੰਦੇ ਅਸੀਂ ਪਰਚੀ ਦਿੰਦੇ ਹਾਂ, ਹਰੇਕ ਨੂੰ ਬਿੱਲ ਦਿੰਦੇ ਹਾਂ, ਪਰ ਤੁਸੀਂ ਇਸ ਫੈਮਿਲੀ ਨੂੰ ਬਿੱਲ ਵੀ ਨਹੀਂ ਦਿੱਤਾ। ਦੇਖੋ ਪੇਸ਼ੈਂਟ ਨੇ ਮੰਗ ਕਰਦੇ ਆ ਫਿਰ ਅਸੀਂ ਦੇ ਦਿੰਨੇ ਹੈਗੇ ਆ। ਤੁਸੀਂ ਹਰੇਕ ਨਾਲ ਇਹ ਵਿਹਾਰ ਜੇ ਪਰਿਵਾਰ ਮੰਗ ਕਰਦਾ ਫਿਰ ਹੀ ਬਿੱਲ ਦਿੰਦੇ ਹੋ, ਨਹੀਂ ਤੁਸੀਂ ਬਿੱਲ ਨਹੀਂ ਦਿੰਦੇ? ਅਸੀਂ ਫਿਰ ਹੀ ਦਿੰਨੇ ਆ ਹਰ ਪੇਸ਼ੈਂਟ ਨੂੰ, ਜੋ ਪੇਸ਼ੈਂਟ ਨੇ
ਕਲੇਮ ਵਗੈਰਾ ਕਰਨੇ ਹੁੰਦੇ ਅਸੀਂ ਫੇਰ ਹੀ ਦਿੰਨੇ ਆ ਬਿੱਲ ਕਿ ਹੁਣ ਤੁਸੀਂ ਕਿਹਨੂੰ ਬਿੱਲ ਕੋਈ ਨਹੀਂ ਦਿੰਦੇ ਜੇ ਕੋਈ ਨਹੀਂ ਮੰਗਦਾ ਵੈਸੇ ਨਹੀਂ ਦਿੰਦੇ। ਤਾਂ ਪਰਿਵਾਰ ਦੇ ਇਲਜ਼ਾਮ ਹੈ ਕਿ ਬੱਚਾ ਆਪਣੀ ਨਾਨੀ ਦੇ ਨਾਲ ਇੱਥੇ ਥੱਲੇ ਪਿਆ ਹੋਇਆ ਸੀ ਤੇ ਜੋ ਪੇਸ਼ੈਂਟ ਆ ਉਸ ਨੂੰ ਇਹ ਬੈੱਡ ਮਿਲਿਆ ਜਿਸ ਦੇ ਵਿੱਚ ਇਹ ਕੰਮ ਵੀ ਨਹੀਂ ਕਰ ਰਿਹਾ ਬਿਲਕੁਲ। ਤਾਂ ਤੁਹਾਡੇ ਵੱਲੋਂ ਮੰਗ ਕੀਤੀ ਗਈ ਸੀ ਕਿ ਸਾਡਾ ਜੋ ਬੈੱਡ ਹੈ ਚੇਂਜ ਕੀਤਾ ਜਾਵੇ। ਕਿਹਾ ਸੀ ਬਾਈ ਕਹਿੰਦੇ ਇਹੀ ਬੈੱਡ ਮਿਲੂਗਾ। ਇਹ ਅਸੀਂ ਚੇਂਜ ਕਰ ਲਿਆ, ਸਾਨੂੰ ਠਾਤਾ ਸੀ ਉਧਰੋਂ। ਠੀਕ ਹੈ ਜੀ। ਹਾਂ ਉਹ ਤੋਂ ਠਾਤਾ ਸੀ ਸਾਨੂੰ, ਕਹਿੰਦੇ ਇਹ ਮਰੀਜ਼ ਦਾ ਸਾਹ ਰੁਕਦਾ, ਕਹਿੰਦੇ ਤੁਸੀਂ ਉੱਥੇ ਹੀ ਪਾਓ। ਅਸੀਂ ਦਵਾ ਕੇ ਕੁੜੀ ਇੱਥੇ ਹੀ ਪਾਈ ਆ ਤੇ ਬੈੱਡ ਅਸੀਂ ਪਾਸਾ ਵੀ ਟੁੱਟਿਆ ਬੈੱਡ, ਅਸੀਂ ਪਾਸਾ ਆਪ ਹੀ ਦੋਂਦੇ ਰਹੇ ਹਾਂ ਤੇ ਆਹ ਦੂਜੇ ਬੈੱਡ ਵਾਲੇ ਨੂੰ ਜਿਹੜੇ ਸੌਂ ਪਏ ਸੀਗੇ ਉਹਨਾਂ ਨੂੰ ਆਏ ਬੈੱਡ ਖੜਾ ਕਰਕੇ ਟਾਉਂਦੇ ਸੀ। ਠੀਕ ਹੈ ਜੀ। ਤੁਹਾਡਾ ਬੈੱਡ ਇਹ ਵੀ ਕੰਮ ਕਰ ਦੇਖ ਸਕਦੇ ਇੱਧਰ ਕਿ ਬੈੱਡ ਦੇ ਜੋ ਟਾਇਰ ਬਿਲਕੁਲ ਵੀ ਨਹੀਂ, ਇੱਟਾਂ ਲਾ ਕੇ ਇੱਥੇ ਕੰਮ ਚੱਲਦਾ ਕੀਤਾ ਜਾ ਰਿਹਾ ਹਸਪੀਟਲ ਦੇ ਵੱਲੋਂ। ਤੇ ਜੋ ਆਹ ਬੈੱਡ ਪਹਿਲਾਂ ਇੱਥੇ ਹੈਗਾ ਸੀ ਇਸ ਤਰ੍ਹਾਂ ਕਿ ਹੋਰ ਬੈੱਡ ਸੀ ਇੱਥੇ? ਹੋਰ ਸੀਗਾ ਬਾਈ ਜੀ, ਹੋਰ ਬੈੱਡ ਸੀਗਾ। ਇਹ ਹੈ ਨਹੀਂ ਸੀਗਾ। ਇਹ ਆਹ 3 ਬੈੱਡ ਸੀਗੇ, 3 ਹੀ ਸੀਗੇ ਸਾਰੇ। ਠੀਕ ਹੈ ਜੀ। ਆਹ ਬੈੱਡ ਮਗਰੋਂ ਆਇਆ। ਠੀਕ ਇਹ ਹੈ ਵੀ ਬਾਈ ਜਿਹੜਾ ਲਾਇਆ ਹੋਇਆ ਇਹਨਾਂ ਨੇ, ਆਹ ਦੇਖੋ ਤੁਸੀਂ ਸਾਰਾ ਸਪੰਜ ਵਗੈਰਾ, ਜੇ ਇੱਥੇ ਮਰੀਜ਼ ਦੀ ਹੁਣ ਕੀ ਹਾਲਤ ਹੋ ਸਕਦੀ ਹੈ ਤੁਸੀਂ ਹਨਾ। ਦੇਖ ਸਕਦੇ ਹੋ ਕੋਈ ਸਫਾਈ ਦਾ ਪ੍ਰਬੰਧ। ਪਹਿਲੀ ਗੱਲ ਹੈ ਕੋਈ ਹਸਪੀਟਲ ਦੇ ਇੱਥੇ ਇੱਕ ਜੋ ਚਾਦਰ ਹੁੰਦੀ ਹੈ ਹਸਪੀਟਲ ਦਾ ਦੇਣਾ ਫਰਜ਼ ਹੁੰਦਾ ਹੈ। ਜੋ ਗ੍ਰੀਨ ਚਾਦਰ ਬਣੇ ਜਾਂ ਵਾਈਟ ਚਾਦਰ ਹੁੰਦੀ ਹੈ ਇੱਕ ਸਰਾਣਾ, ਤੇ ਨਾਲ ਉਹ ਦੇਣ ਦਾ ਹੱਕ ਹੁੰਦਾ ਹੈ ਕਿ ਕੋਈ ਵੀ ਇਨਫੈਕਸ਼ਨ ਨਾ ਹੋ। ਦੇਖਦੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ, ਫਰਸ਼ ਨੇ, ਟੁੱਟੀ ਹੋਈ ਆ ਹਸਪੀਟਲ ਦੀ, ਥੱਲੇ ਇੱਟਾਂ ਲਾ ਕੇ ਕੰਮ ਚੱਲਦਾ ਕੀਤਾ ਜਾ ਰਿਹਾ। ਇੱਕ ਹਸਪੀਟਲ ਦੀ ਤਰ੍ਹਾਂ ਕੋਈ ਵੀ ਪ੍ਰਬੰਧ ਇੱਥੇ ਦੇਖਦੇ ਨਜ਼ਰ ਨਹੀਂ ਆ ਰਹੇ। ਤਾਂ ਗੱਲ ਕਰਦੇ ਹਾਂ ਪਰਿਵਾਰ ਦੇ ਨਾਲ ਜੋ ਇੱਥੇ ਮੌਜੂਦ ਸੀ। ਆਂਟੀ ਤੁਸੀਂ ਇੱਥੇ ਕਿੱਦਾਂ ਦੇ ਆਏ ਹੋਏ ਜੀ? ਸਾਨੂੰ ਤਾਂ 5 ਦਿਨ ਹੋਏ ਗਏ। ਠੀਕ ਆ ਜੀ। ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਪਰਿਵਾਰ ਇਲਜ਼ਾਮ ਲਗਾ ਰਿਹਾ ਲੱਗਦਾ ਹੈ ਸੱਚ ਨੇ ਇਹ? ਨਹੀਂ ਸੱਚ ਹੀ ਹੋਣਗੇ ਬਾਈ, ਫਿਰ ਅਸੀਂ ਉਦੋਂ ਅੰਦਰ ਸੀ। ਅਸੀਂ ਤਾਂ ਅੰਦਰ ਸੀਗੇ ਬਾਈ। ਇਹ ਅੰਦਰ ਸੀਗੇ। ਫਿਰ ਅਸੀਂ ਹਾਂ ਇਹ ਸੀ ਵਾਲੇ ਕਮਰੇ 'ਚ ਬਲੱਡ ਲੱਗਦਾ ਸੀ, ਇਹਨਾਂ ਦੇ ਅੰਦਰ ਸੀ। ਠੀਕ ਆ ਜੀ। ਤਾਂ ਤੁਹਾਨੂੰ ਵੀ ਲੱਗਦਾ ਹੈ ਕਿ ਹਸਪੀਟਲ ਸਹੀ ਸੁਵਿਧਾ ਨਹੀਂ ਦੇ ਰਿਹਾ? ਨਹੀਂ ਸਹੂਲਤਾਂ ਦੇ ਰਿਹਾ ਸਹੀ ਜੀ? ਨਹੀਂ ਜੀ। ਜੀ। ਤਾਂ ਇੱਕ ਹੋਰ ਪਰਿਵਾਰ ਸਾਨੂੰ ਮਿਲਿਆ ਜੋ ਇੱਥੇ ਇਹਨਾਂ ਦੇ ਨਾਲ ਹੀ ਦਾਖਲ ਸੀ। ਤਾਂ ਉਸ ਪਰਿਵਾਰ ਦੇ ਵੀ ਇਲਜ਼ਾਮ ਹੈ ਕਿ ਹਸਪੀਟਲ ਦੇ ਵੱਲੋਂ ਸਹੀ ਪ੍ਰਬੰਧ ਨਹੀਂ ਕੀਤੇ। ਪਹਿਲਾਂ ਇੱਥੇ ਨਾ ਕੋਈ ਚਾਦਰ ਹੈ, ਨਾ ਹਸਪੀਟਲ ਦਾ ਮਾਹੌਲ ਲੱਗ ਰਿਹਾ ਹੈ ਕੋਈ। ਤੇ ਇਸ ਪਰਿਵਾਰ ਦੇ ਵੀ ਇਲਜ਼ਾਮ ਨੇ ਕਿ ਹਸਪੀਟਲ ਦੇ ਵੱਲੋਂ ਪੁਖਤਾ ਪ੍ਰਬੰਧ ਨਹੀਂ ਕੀਤੇ ਹੋਏ। ਤੁਸੀਂ ਤਾਂ ਪੈਸੇ ਨੂੰ ਹਾਂਜੀ 1000 ਰੁਪਏ ਕਿੰਨੇ ਪੈਸੇ ਦਿੱਤੇ ਸੀ ਜੀ? 1000 ਰੁਪਏ ਇੱਕ ਦਿੱਤਾ ਜੀ, 10000 ਇੱਕ ਦਿੱਤਾ ਜੀ। ਠੀਕ ਹੈ ਜੀ। 11000 ਰੁਪਏ ਦਿੱਤਾ ਜੀ ਪਹਿਲੇ ਦਿਨ ਇਹਨਾਂ ਨੂੰ। ਠੀਕ ਹੈ। ਛੁੱਟੀ ਲੈ ਗਏ ਦਿੱਤੇ ਨਾ ਪਹਿਲੇ ਦਿਨ ਜੀ? ਇਹਨਾਂ ਨੇ ਸਾਨੂੰ ਸਿਰਫ 10,000 ਜਮ੍ਹਾਂ ਨਹੀਂ ਜੀ ਕੀਤੇ 11 ਦਿੱਤਾ ਜੀ। ਉਹ ਮੈਡਮ ਸਿਰਫ ਇਹਨਾਂ ਨੇ 10,000 ਜਮ੍ਹਾਂ ਕੀਤੇ ਸੀ ਇਹਦੇ ਕੋਲ। ਠੀਕ ਆ। ਤੁਹਾਡੇ ਕੋਲ ਕਹਿੰਦੇ 23 ਰੁਪਏ ਦਿੱਤਾ ਪਰ ਪਰਿਵਾਰ ਦਾ ਕਹਿੰਦਾ 24 ਦਿੱਤਾ। ਦੇਖੋ ਸਾਨੂੰ ਇਹਨਾਂ ਨੇ ਜਿਸ ਦਿਨ ਐਡਮਿਟ ਹੋਇਆ ਉਸ ਦਿਨ 10,000 ਜਮ੍ਹਾਂ ਕੀਤਾ, ਛੁੱਟੀ ਵੇਲੇ ਇਹਨਾਂ ਨੇ 13,000 ਜਮ੍ਹਾਂ ਕੀਤਾ। ਠੀਕ ਹੈ। ਟੋਟਲ 23,000 ਜਮ੍ਹਾਂ ਕੀਤਾ। ਇਹ ਗੱਲ ਮੈਡਮ ਦੀ ਗੱਲ ਜੀ। ਜੀ ਜਿਹੜੀ ਮੈਡਮ ਇਹਨਾਂ ਕੋਲ ਲੈ ਕੇ ਆਈ ਜੀ ਉਹਦੇ ਮੂੰਹ ਤੇ 24000 ਕਹਾ ਤਾ ਜੀ। ਚੱਲ ਆਪਾਂ ਗੱਲ ਕਰ ਲੈਨੇ ਫੋਨ ਤੇ। ਤਾਂ ਆਪਾਂ ਨਾਲ ਗੱਲ ਕਰਦੇ ਹਾਂ ਫੋਨ ਤੇ। ਜੋ ਇਹਨਾਂ ਨਾਲ ਲੈ ਕੇ ਆਏ ਸੀ ਕੰਸਰਨ ਤੇ ਲੈ ਕੇ ਆਏ ਸੀ ਰੈਫਰੈਂਸ ਤੇ, ਉਹਨਾਂ ਦਾ ਕੀ ਕਹਿਣਾ ਹੈ, ਕਿੰਨੇ ਪੈਸੇ ਦਿੱਤੇ ਸੀ ਡਾਕਟਰ ਸਾਹਿਬਾਨ? ਹੈਲੋ ਹਾਂਜੀ ਮੈਮ। ਹਾਂਜੀ ਸ਼ਬੀਨਾ, ਇਹ ਪੇਸ਼ੈਂਟ ਐਕਚੁਅਲੀ ਮੀਡੀਆ ਵਾਲਿਆਂ ਨੂੰ ਲੈ ਕੇ ਆਏ ਹੋਏ ਆ ਤੇ ਇਹ ਮੈਨੂੰ ਕਹਿੰਦੇ ਪਏ ਹੈਗੇ ਕਿ 24,000 ਦਿੱਤੇ ਹੈਗੇ ਆ ਇਹਨਾਂ ਨੇ। ਤੇ ਇਹਨਾਂ ਨੇ ਆਪਾਂ ਨੂੰ 10,000 ਐਡਮਿਸ਼ਨ ਵੇਲੇ ਦਿੱਤੇ ਆ, 13,000 ਛੁੱਟੀ ਵੇਲੇ ਦਿੱਤੇ ਆ। ਉਹਦੇ ਵਿੱਚ ਆਪਾਂ ਦਵਾਈ ਵੀ ਛੁੱਟੀ ਦੇ ਵਿੱਚ ਦਿੱਤੀ ਹੈ। ਹਾਂਜੀ ਹਾਂਜੀ ਇਹ ਕਹਿੰਦੇ ਪਏ ਆ ਕਿ 24,000 ਜਮ੍ਹਾਂ ਕੀਤਾ ਸੀ। ਵੀ 23,000 ਹੀ ਜਮਾ ਕੀਤਾ। 1000 ਰੁਪਏ ਤਾਂ ਫਿਰ ਬੇਬੀ ਦਾ ਕਹਿ ਕੇ ਵੀ ਬੱਚਿਆਂ ਵਾਲੇ ਡਾਕਟਰ ਦਾ। ਹੁਣ ਤੁਸੀਂ ਉਹ ਤੁਹਾਡੇ ਕੋਲੇ ਬੈਠੇ? ਹੈਲੋ ਹੈਲੋ ਹਾਂਜੀ ਮੈਂ ਕੋਲੇ ਬੈਠੇ ਜੀ। ਇਹ ਹਾਂਜੀ ਇੱਥੇ ਹੀ ਹੈ ਜੀ, ਇਹ ਰਿਕਾਰਡ ਕਰਦੇ ਪਏ ਆ ਮੀਡੀਆ ਵਾਲੇ। ਤੁਹਾਨੂੰ ਫੋਨ ਕਰੀ ਜਾਂਦੇ ਮੀਡੀਆ ਵਾਲੇ? ਨਹੀਂ ਇੱਕ ਮਿੰਟ ਮੈਡਮ, ਪਰਿਵਾਰ ਦਾ ਇਹ ਕਹਿਣਾ ਹੈ ਕਿ ਤੁਸੀਂ ਉਹਨਾਂ ਤੋਂ 24,000 ਰੁਪਏ ਉਹਨਾਂ ਨੇ ਜਮ੍ਹਾਂ ਕਰਵਾਇਆ ਹਸਪੀਟਲ ਦੇ ਵਿੱਚ। ਹੈਲੋ ਹੈਲੋ। ਹਾਂਜੀ ਪਰਿਵਾਰ ਦਾ ਕਹਿਣਾ ਕਿ ਅਸੀਂ 24,000 ਰੁਪਏ ਦਿੱਤਾ ਹਸਪੀਟਲ ਵਾਲਿਆਂ ਨੂੰ ਜੀ। ਇੱਕ ਮਿੰਟ ਵੀਰੇ ਮੈਂ ਗੱਲ ਕਰਦੀ ਹਾਂ। ਇੱਕੋ ਹੀ ਸੈਕਿੰਡ। ਜੀ ਜੀ। ਤਾਂ ਇਸ ਸਮੇਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਫੋਨ ਕੱਟ ਕੇ। ਪਰਿਵਾਰ ਦੇ ਇਲਜ਼ਾਮ ਵੀ ਠੀਕ ਨੇ। ਇਹ ਕਹਿ ਰਿਹਾ 24 ਦਿੱਤਾ, ਇਧਰ ਮੈਡਮ ਕਹਿ ਰਹੇ ਸੀ ਲਿਆ 23,000 ਰੁਪਇਆ। ਤੇ ਉਹ ਵੀ ਮੰਨ ਰਹੇ ਨੇ ਕਿ 1000 ਰੁਪਇਆ ਕੋਈ ਬੇਬੀ ਕਹਿ ਰਹੇ ਸੀ। ਉਸ ਤੋਂ ਬਾਅਦ ਮੈਡਮ ਨੇ ਗੱਲ ਬਦਲ ਲਈ ਆ। ਤਾਂ ਵੇਖਦੇ ਆ ਕਿਉਂ ਕਹਿ ਰਹੇ 2 ਮਿੰਟ ਦਾ ਫੋਨ ਕਰ, ਜੋ ਆਪਾਂ ਵੇਟ ਕਰਦੇ ਹਾਂ ਕਿ 2 ਮਿੰਟ ਬਾਅਦ ਉਹਨਾਂ ਦਾ ਕੀ ਕਹਿਣਾ ਹੈ। ਪਰ ਪਰਿਵਾਰ ਇਹ ਕਹਿ ਰਿਹਾ ਦਿੱਤਾ 24,000 ਰੁਪਇਆ, ਮੈਡਮ ਕਿ ਮੈਨੂੰ ਮਿਲਿਆ ਹੋਇਆ 23,000 ਰੁਪਇਆ। ਤਾਂ ਇਸ ਹਸਪੀਟਲ ਦੇ ਵੱਲ 3 ਫੇਲੀਅਰ ਸਾਹਮਣੇ ਆਏ ਆ। ਪਹਿਲਾਂ ਤਾਂ ਡੇਟ ਦਾ ਸੀ, ਉਸ ਤੋਂ ਬਾਅਦ CCTV ਫੁਟੇਜ ਦਾ ਤੇ ਇੱਕ ਬਿੱਲ ਨੂੰ ਲੈ ਕੇ। ਤਾਂ ਲੱਗਦਾ ਹੈ ਪਰਿਵਾਰ ਕੁਝ ਹੱਦ ਤੱਕ ਜੋ ਇਲਜ਼ਾਮ ਲਗਾ ਰਿਹਾ ਹੈ ਸੱਚ ਸਾਬਤ ਵੱਲ ਇਸ਼ਾਰਾ ਕਰ ਰਹੇ ਨੇ। ਅਸੀਂ ਸਾਫ਼ ਨਹੀਂ ਕਰ ਰਹੇ ਕਿ ਸੱਚ ਹੈ, ਪਰ ਜਿਸ ਤਰ੍ਹਾਂ ਦੇ ਰਿਕਾਰਡ ਸਾਹਮਣੇ ਆਇਆ ਨਾ ਤਾਂ ਉਸ ਦੇ ਉੱਪਰ ਜੋ ਤਰੀਕਾ ਗਲਤ ਵੀ ਸੀ ਉਹ ਮੈਡਮ ਨੇ ਹੁਣ ਠੀਕ ਕੀਤਾ ਸਾਡੇ ਸਾਹਮਣੇ। ਤੇ ਉਹ CCTV ਫੁਟੇਜ ਵੀ ਹੈ ਨਹੀਂ, ਮੈਜ਼ 3 ਦਿਨ ਪੁਰਾਣੀ CCTV ਫੁਟੇਜ ਵੀ ਇੱਥੇ ਹੈ ਨਹੀਂ। ਤੇ ਉਸ ਤੋਂ ਬਾਅਦ ਬਿੱਲ ਵੀ ਮੰਗਣ ਤੋਂ ਬਾਅਦ ਮਿਲਦਾ ਹੈ। ਤਾਂ ਸਵਾਲ ਖੜੇ ਹੁੰਦੇ ਨੇ ਕਿ ਆਖਰ ਗਲਤੀ ਕਿਸ ਦੀ ਆ। ਅਜਿਹੀਆਂ ਹੋਰ ਖਬਰਾਂ ਦੇ ਲਈ ਜੁੜੇ ਰਹੋ RMB ਟੈਲੀਵਿਜ਼ਨ ਦੇ ਨਾਲ। ਧੰਨਵਾਦ।